ਖਾੜਕੂ ਲਹਿਰ ਚੱਲੀ ਪੰਜਾਬ ਦੇ 3 ਵਾਰ ਖਾੜਕੂ ਦੀ ਸਰਕਾਰ ਬਣਦੀ ਸੀ, ਪਰ ਪੂੰਜੀਵਾਦ ਨੇ ਬਣਨ ਨਹੀਂ ਦਿੱਤੀ। ਕਿਹੜੇ ਖਾੜਕੂ ਦੀ ਸਰਕਾਰ ਬਣ ਗਈ? ਜਿਹੜੀ ਖਾੜਕੂ ਲਹਿਰ ਚੱਲੀ ਆਪਣੀ ਇੱਥੇ 3 ਵਾਰ ਸਰਕਾਰ ਪੰਜਾਬ 'ਚ ਬਣਦੀ ਦੀ। ਪਹਿਲੀ ਵਾਰ ਜਦੋਂ ਸਰਜੀਤ ਬਰਨਾਲਾ ਖੜਾ ਹੋਇਆ ਉਦੋਂ ਬਾਬੇ ਜੋਗਿੰਦਰ ਨੇ ਬੰਦੇ ਖੜੇ ਕਰਤੇ ਹੈ, ਬਹੁਮਦਾ ਨਹੀਂ ਸੀਗਾ। ਹੁਣ ਮੈਂ ਕੀ ਕਹਾਂ, ਕਿਹਦਾ ਬੇੜਾ ਬੈਠਾ ਉਦੋਂ, ਚੱਲ ਛੱਡ ਦੇ ਗੱਲ, ਮੈਂ ਬਾਹਲੀ ਨਾ ਕਹਾਂ। ਉਹਨਾਂ ਨੂੰ ਬਹਾਇਆ ਗਿਆ ਨਹੀਂ, ਇੱਕ ਮੁੰਡਾ ਦਾ ਨੁਕਸਾਨ, ਸਰਕਾਰ ਭਾਗ ਜਾਂਦੀ ਕਿ ਉਹ ਮਤਲਬ ਵਿਧਾਨ ਸਭਾ 'ਚ ਭਾਗ ਜਾਂਦੇ। ਦੂਜੀ ਵਾਰ ਫਿਰ ਤਿਆਰੀ ਕਰੀ ਖਾੜਕੂਆਂ ਨੇ, ਫਿਰ ਸਰਕਾਰ ਨੇ ਵੋਟਾਂ ਪਿੱਛੇ ਪਾਤੀਆਂ। ਤੀਜੀ ਵਾਰ ਖਾੜਕੂਆਂ ਤੋਂ ਹੀ ਬਾਈਕਾਟ ਕਰਾਤਾ ਕੰਪਨੀਆਂ ਨੇ। ਜੋ ਤੁਸੀਂ ਪਿਛਲਾ ਦੌਰ ਗਿਣਾ ਰਹੇ ਹੋ 92 ਦਾ ਜਾਂ ਹੋਰ ਵੀ ਪਿੱਛੇ ਗੱਲ ਆ ਰਹੇ ਹੋ ਵੀ ਉਹ ਨਹੀਂ ਸਰਕਾਰਾਂ ਬਣ ਪਾਈਆਂ ਖਾੜਕੂ ਲਹਿਰ ਦੇ ਵਿੱਚ, ਉਹ ਤਰੀਕਾ ਸਹੀ ਸੀ ਬਿਲਕੁਲ? ਅੱਜ ਤੋਂ 30-35 ਸਾਲ ਦੀ ਪਹਿਲਾਂ ਫਿਰਕਾ ਪ੍ਰਸਤੀ ਤਰੀਕੇ ਨਾਲ ਕਦੇ ਕੁਛ ਠੀਕ ਨਹੀਂ ਸਮਝੂਗਾ। ਇੱਕ ਫਿਰਕੇ ਦੇ ਲੋਕਾਂ ਦੇ ਖਿਲਾਫ ਕੋਈ ਸੀ ਇੱਥੇ ਹਟਾਉਣੇ ਮੈਂ ਠੀਕ ਨਹੀਂ ਸਮਝੂਗਾ। ਕਿਸ ਤੇ ਯਕੀਨ ਕਰਨੇ ਹੋ? ਵੋਟਾਂ ਨਹੀਂ ਯਕੀਨ ਕਰਨੇ ਹੋ ਕਿ ਸੜਕਾਂ ਤੇ ਬੈਠ ਕੇ ਮਸਲੇ ਹੱਲ ਹੋਣਗੇ, ਇਸ ਤੇ ਯਕੀਨ ਕਰਨੇ ਹੋ? ਤਿੰਨਾਂ ਗੱਲਾਂ 'ਤੇ ਯਕੀਨ ਕਰਦਾ। ਤਿੰਨਾਂ ਮੈਂ ਦੋ ਕਿਹਾ। ਨਹੀਂ ਮੈਂ ਹਥਿਆਰਬੰਦ 'ਤੇ ਵੀ ਯਕੀਨ ਕਰਦਾ। ਛੱਡ ਗੱਲ ਨੂੰ ਗੱਲ। ਹੁਣ ਲੋਕ ਹਥਿਆਰ ਚੁੱਕ ਲੈਣ? ਨਹੀਂ ਚੱਕ ਲੈਣਗੇ। ਦੇਖੋ ਸਹੀ ਕੀ ਬਣਿਆ 2 ਸਾਲ ਬਾਅਦ ਵੋਟ ਤੋਂ। 2 ਸਾਲ ਬਾਅਦ ਦੇਖਿਓ ਤੇ ਕੀ ਬੈਂਗਣੀ ਉਗੜਨੀ ਹੈ ਜੇ ਕੋਈ ਚੰਗੀ ਸਰਕਾਰ ਨਾ ਬਣੀ। ਇੱਥੇ ਬਣਨਾ ਕੀ ਹੈ ਪੰਜਾਬ ਦੇ ਵਿੱਚ? ਮੈਂ ਤਿੰਨੇ ਚੀਜ਼ਾਂ ਤੇ ਯਕੀਨ ਰੱਖਦਾ, ਮੈਨੂੰ ਕੋਈ ਵਜ੍ਹਾ ਗੱਲ ਨਹੀਂ ਹੈਗਾ। ਹਥਿਆਰਬੰਦ ਤਰੀਕਾ ਦੇਖ ਲਿਆ ਪਹਿਲਾਂ? ਮੈਂ ਪਹਿਲੇ ਵੀ ਕਹਤਾ, ਦੇਖ ਲਿਆ, ਨੁਕਸਾਨ ਖਾਦਾ 2 ਵਾਰ, ਦੁਬਾਰਾ ਫਿਰ ਨੁਕਸਾਨ। ਨਹੀਂ ਮੇਰਾ ਕਹਿਣ ਦਾ ਮਤਲਬ ਇਹ ਆ, ਸਾਨੂੰ ਕਿਸੇ ਗੱਲ ਤੋਂ ਯਕੀਨ ਗਵਾਉਣਾ ਨਹੀਂ ਚਾਹੀਦਾ, ਸਾਨੂੰ ਆਪਦੇ ਯਕੀਨ ਤੇ ਰਹਿਣਾ ਚਾਹੀਦਾ। ਵੋਟ ਰਾਹੀਂ ਦੀ ਗੱਲ ਕਰ ਰਹੇ ਹੋ, ਤਿੰਨਾਂ ਚੀਜ਼ਾਂ 'ਚ ਤੁਸੀਂ ਇਹ ਗੱਲ ਕਰ ਰਹੇ ਹੋ। ਸਾਡੇ ਜੇ ਕੋਈ ਮਤਲਬ ਇੱਟ ਮਾਰੂ ਫਿਰ ਪੱਥਰ ਮਾਰਾਂਗੇ ਨਹੀਂ ਸੀ, ਕੋਈ ਸਾਡਾ ਨੁਕਸਾਨ ਕਰੂਗਾ। ਅਸੀਂ ਉਹ ਸਾਡੇ ਜੁੜੀਆਂ ਪਾਈਆਂ ਨਹੀਂ ਆ। ਮਤਲਬ ਜੇ ਕੋਈ ਸਾਡਾ ਨੁਕਸਾਨ ਕਰਨਾ ਚਾਹੂਗਾ, ਇਹ ਥੋੜ੍ਹੀ ਜਿਹੀ ਵੀ ਫਿਰ ਮਤਲਬ ਉਹਨੂੰ ਐਂ ਕੋਈ ਜਵਾਬ ਨਹੀਂ ਦੇਵਾਂਗੇ ਜਵਾਬ ਕਿਉਂ ਨਹੀਂ ਦੇਵਾਂਗੇ? ਸਭ ਤੋਂ ਪਹਿਲਾਂ ਮੈਂ ਕਹਿਤਾ ਸੀਗਾ ਵੀ ਭਾਈ ਇੱਥੇ ਲੱਖਾ ਲੜੂਗਾ, ਜੇ ਲੱਖਾ ਸਾਤੋਂ ਟਿਕਟ ਲੈਣ ਵੀ ਨਹੀਂ ਆਉਂਦਾ ਅਸੀਂ ਉੱਥੇ ਬੰਦਾ ਖੜਾ ਨਹੀਂ ਕਰਦੇ। ਇਸ ਵਿੱਚ ਫੇਲ ਹੋ ਜਾਂਦੇ ਹੋ, ਫਿਰ ਕਿਹੜਾ ਦੱਸਾ ਅਪਣਾਓਗੇ? ਅਸੀਂ ਨਹੀਂ ਫੇਲ ਹੁੰਦੇ, ਲੋਕ ਫੇਲ ਹੋਣਗੇ, ਲੀਡਰ ਨਹੀਂ ਫੇਲ ਹੁੰਦੇ। ਲੋਕ ਦੇਖੋ ਮੇਰੇ ਚਲੋ ਤੁਹਾਡੇ ਉਮੀਦਵਾਰ ਨਹੀਂ ਆਏ, ਕੋਈ ਮੈਜੋਰਟੀ 'ਚ ਨਹੀਂ ਆਏ, ਸਾਡੀ ਕੋਈ ਜ਼ਿੰਮੇਵਾਰੀ, ਇਹ ਜ਼ਿੰਮੇਵਾਰੀ ਲੋਕਾਂ ਦੀ ਆ। ਅਸੀਂ ਤਾਂ ਕੈਂਡੀਡੇਟ ਦੇਣੇ ਨੇ, ਲੋਕ ਹਾਰਨਗੇ, ਅਸੀਂ ਨਹੀਂ ਹਾਰਦੇ। ਵੋਟਰ ਹਾਰਨਗੇ, 90% ਲੋਕ ਹਾਰਨਗੇ ਮਤਲਬ ਪੰਜਾਬ ਦੇ, ਜੇ ਤੁਹਾਨੂੰ ਵੋਟ ਨਾ ਦਿੱਤਾ। ਹਾਂ ਉਹ ਖੁਦ ਹਾਰਨਗੇ ਆਪ। ਅਸੀਂ ਸੰਘਰਸ਼ੀ ਲੋਕ ਹਾਂ, ਅਸੀਂ ਕਿਉਂ ਹਾਰਾਂਗੇ? ਉਹ ਹਾਰਨਗੇ, ਉਹ ਸੋਚਣ ਵੀ ਮਤਲਬ ਅਸੀਂ ਕੀ ਕਰਨਾ। ਮੈਂ ਰੂਤੂ ਸਿੰਘ ਨਹੀਂ ਹਾਰਦਾ, ਬਿਲਕੁਲ ਨਹੀਂ ਹਾਰਦਾ, ਨਾ ਰਾਜਾ ਹਾਰੇ, ਨਾ ਸਾਡੇ ਕੈਂਡੀਡੇਟ ਹਾਰਨ, ਲੋਕ ਖੁਦ ਹਾਰਨਗੇ। ਮੈਂ ਪਾਰਟੀਆਂ ਦਾ ਵਿਰੋਧ ਕਰਦਾ, ਮੈਂ ਕੈਂਡੀਡੇਟਾਂ ਨੂੰ ਨਹੀਂ ਮਾੜਾ ਕਹਿੰਦਾ, ਨਾ ਮੈਂ ਕਹਿਣਾ ਨਾ ਕਹਾ, ਨਾ ਪਹਿਲਾਂ ਕਿਹਾ ਨਾ ਹੁਣ ਕਹਾ, ਨਾ ਪਹਿਲਾਂ ਮੈਂ ਕਿਸੇ ਮੂਸੇ ਨੂੰ ਮਾੜਾ ਕਿਹਾ, ਨਾ ਮੈਂ ਦੂਜੇ ਨੂੰ ਕਿਸੇ ਨੂੰ ਮਾੜਾ ਕਿਹਾ। ਮੇਰਾ ਇਹ ਸੁਭਾਅ ਹੈ ਇੱਕ, ਉਹ ਸਾਡੇ ਇਲਾਕੇ ਦੇ ਲੋਕ ਨੇ। ਅਕਾਲੀ ਦਲ ਤੇ ਕਾਂਗਰਸ ਚੰਗੀ ਹੈ ਫਿਰ? ਨਹੀਂ ਚੰਗੇ, ਬਹੁਤ ਮਾੜੀਆਂ ਪਾਰਟੀਆਂ ਨੇ। ਉਮੀਦਵਾਰ ਚੰਗੇ ਨੇ? ਮੈਂ ਉਹ ਕਹਿਦਾ ਪੰਤਵੰਤੇ ਸੱਜਣ ਨੇ, ਮੇਰੀ ਗੱਲ ਸੁਣੋ, ਉਹ ਪੰਤਵੰਤੇ ਸੱਜਣ ਨੇ ਸਾਡੇ, ਮੇਰਾ ਜਿਵੇਂ ਸਾਰੇ ਪੰਤਵੰਤੇ ਸੱਜਣ ਨੇ। ਪਰ ਕੀ ਕਾਂਗਰਸ ਨੂੰ ਪਾਰਟੀਆਂ ਵੀ ਲੋਕਾਂ ਨਾਲ ਹੁੰਦੀਆਂ ਨਾ? ਕੀ ਕਾਂਗਰਸ ਨੂੰ ਵੋਟ ਪਾਵਾਂਗੇ ਜਿਹਨੇ ਅੰਮ੍ਰਿਤਸਰ ਤੇ ਅਟੈਕ ਕਰਿਆ? ਕੀ ਬਾਦਲ ਨੂੰ ਵੋਟ ਪਾਵਾਂਗੇ ਜਿਹਨੇ ਮਤਲਬ 2 ਨੌਜਵਾਨ ਭਾਜਨ ਕਰਦਿਆਂ ਤੇ ਗੋਲੀ ਚਲਾਤੀ ਵੀ ਤੁਸੀਂ ਬੇਅਬਦੀ ਦੇ ਚੱਕਰ ਦੇ ਵਿੱਚ, ਉਹਨੂੰ ਵੋਟ ਪਾਵਾਂਗੇ? ਕੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ ਜਿਹਨੇ ਦੇਸ਼ ਵੇਚਤਾ, ਜਿਹੜੀ ਫਿਰਕਾ ਪ੍ਰਸਤ ਪਾਰਟੀ ਹੈ, ਸਿੱਖਾਂ ਦੇ ਖਿਲਾਫ ਹੈ, ਮੁਸਲਮਾਨਾਂ ਦੇ ਖਿਲਾਫ ਹੈ, ਘੱਟ ਗਿਣਤੀਆਂ ਦੇ ਖਿਲਾਫ ਹੈ, ਉਹਨੂੰ ਵੋਟ ਪਾਵਾਂਗੇ? ਕੀ ਅਸੀਂ ਆਮ ਪਾਰਟੀ ਨੂੰ ਵੋਟ ਪਾਵਾਂਗੇ ਜਿਹੜੀ ਬੀ ਟੀਮ ਹੈ ਮਤਲਬ ਮੋਦੀ ਦੀ, ਜਿਹੜਾ ਮਤਲਬ ਉਦੋਂ ਵੀ ਖਤਰਨਾਕ ਹੈ, ਜਿਹੜਾ ਇੱਥੇ ਝੰਡਾ ਮਤਲਬ ਯਾਤਰਾ ਕੱਢਦਾ ਹੈਗਾ ਮਤਲਬ ਤਿਰੰਗੇ ਦੀ? ਕੀ ਖਤਰਾ? ਸ਼ਾਂਤੀ ਮਾਰਚ। ਪੰਜਾਬ ਦੇ ਵਿੱਚ ਇਸ ਸਮੇਂ 5 ਪਾਰਟੀਆਂ ਨੇ। ਪਹਿਲਾਂ 2 ਪਾਰਟੀਆਂ ਸੀ, ਫਿਰ ਆਮ ਆਦਮੀ ਪਾਰਟੀ ਆਉਂਦੀ ਹੈ, ਉਸ ਤੋਂ ਬਾਅਦ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਟੁੱਟ ਜਾਂਦਾ ਹੈ, ਅਲੱਗ-ਅਲੱਗ ਹੋ ਜਾਂਦੇ ਨੇ। ਬੀਜੇਪੀ ਕੈਪਟਨ ਸਾਹਿਬ ਨਾਲ ਤੇ ਢੀਂਡਸਾ ਸਾਹਿਬ ਨਾਲ ਅਲਾਇੰਸ ਕਰਕੇ ਇੱਕ ਸਾਂਝੀ ਤੌਰ ਤੇ ਲੋਕਾਂ 'ਚ ਵਿਚਰਦੇ ਨੇ। ਉਸ ਤੋਂ ਬਾਅਦ ਕਿਸਾਨਾਂ ਦੀ ਪਾਰਟੀ ਆ ਜਾਂਦੀ ਹੈ, ਸੰਯੁਕਤ ਸਮਾਜ ਮੋਰਚਾ। ਸਾਰੇ ਹੀ ਉਹਨਾਂ ਅਲੱਗ-ਅਲੱਗ ਪਲੇਟਫਾਰਮ ਤੋਂ ਲੜਨ ਜਾ ਰਹੇ ਨੇ 117 ਸੀਟਾਂ ਦੇ ਉੱਤੇ। ਜੇ 5 ਪਾਰਟੀਆਂ ਦਾ ਵੀ ਲੇਖਾ ਜੋਖਾ ਕਰੀਏ ਤਾਂ 117 ਨੂੰ ਮਲਟੀਪਲ ਵੀ ਕਰੀਏ ਤਾਂ 585 ਉਮੀਦਵਾਰ ਜੋ ਨੇ ਪੂਰੇ ਪੰਜਾਬ ਦੇ ਵਿੱਚ ਉਤਰੇ ਹੋਏ ਨੇ। ਤਾਂ ਦੂਸਰੇ ਪਾਸੇ ਆਜ਼ਾਦ ਉਮੀਦਵਾਰ ਵੀ ਬਹੁਤ ਨੇ ਪੰਜਾਬ ਦੇ ਵਿੱਚ। ਜੇ ਮੋਟੀ ਗੱਲ ਕਰਨਾ ਹੋਈਏ ਤੇ 600 ਦੇ ਆਸ-ਪਾਸ ਜਿਹੜੇ ਉਮੀਦਵਾਰ ਪੂਰੇ ਪੰਜਾਬ 'ਚ ਨੇ, ਪਰ ਜਿਤਨੇ 117 ਨੇ। ਤਾਂ ਅੱਜ ਗੱਲਬਾਤ ਕਰਾਂਗੇ ਸੰਯੁਕਤ ਸਮਾਜ ਮੋਰਚੇ ਨੂੰ ਲੈ ਕੇ, ਜਥੇਬੰਦੀਆਂ ਨੂੰ ਲੈ ਕੇ। ਜਥੇਬੰਦੀਆਂ ਨੇ ਮੋਰਚਾ ਬਣਾਇਆ ਸੀ, ਉਸ ਤੋਂ ਬਾਅਦ ਕਿਹਾ ਉਹਨਾਂ ਨੇ ਉਹ ਸਿਆਸਤ ਵਿੱਚ ਜਾਣਗੇ, ਤਾਂ ਸਿਆਸਤ ਵਿੱਚ ਜਾ ਕੇ ਜੋ ਢਾਂਚੇ ਬਣੇ ਹੋਏ ਨੇ, ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਉਸ ਨੂੰ ਜਾ ਕੇ ਨਵੀਂ ਦਿਸ਼ਾ ਦੇਣਗੇ, ਉਸ ਨੂੰ ਜਾ ਕੇ ਸਵਾਰਨਗੇ। ਬਿੱਲ ਰੱਦ ਹੋਏ, ਬਿੱਲ ਰੱਦ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ। ਸਾਡੇ ਨਾਲ ਮੌਜੂਦ ਨੇ ਦਿਲਦੂ ਸਿੰਘ ਮਾਨਸਾ ਦੇ ਵਿੱਚ
ਰੁੱਦੂ ਸਿੰਘ ਦਾ ਆਪਦਾ ਕਾਡਰ ਹੈ। ਕਿਸਾਨੀ ਅੰਦੋਲਨ ਵਿੱਚ ਇਹ ਵੀ ਨਾਲ ਜਾਂਦੇ ਨੇ, ਅਲੱਗ-ਅਲੱਗ ਬਿਆਨਬਾਜ਼ੀ ਵੀ ਹੁੰਦੀ ਹੈ। 380 ਦਿਨ ਧਰਨਾ ਲੱਗਿਆ ਰਿਹਾ, 750 ਸ਼ਹੀਦੀਆਂ। ਕੋਈ ਇਹ ਕਹਿਣ ਲੱਗ ਪਿਆ ਵੀ ਨਹੀਂ, ਕਿਸਾਨਾਂ ਨੂੰ ਸਿਆਸਤ ਵਾਲੇ ਪਾਸੇ ਨਹੀਂ ਆਉਣਾ ਚਾਹੀਦਾ ਸੀ। ਕੋਈ ਕਹਿਣ ਲੱਗ ਪਿਆ ਆਉਣਾ ਚਾਹੀਦਾ ਸੀ, ਸਿਸਟਮ ਵਿੱਚ ਜਾ ਕੇ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ। ਰੁੱਦੂ ਸਿੰਘ ਮਾਨਸਾ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ SSM ਨਾਲ, ਸੰਯੁਕਤ ਸਮਾਜ ਮੋਰਚੇ ਨਾਲ ਨਹੀਂ ਜਾਣਗੇ, ਅਲੱਗ ਲੜਨਗੇ। ਅੱਜ ਉਹ ਕੀ ਕਹਿੰਦੇ ਨੇ ਔਰ ਕੀ ਇਹਨਾਂ ਦਾ ਸਮਝੌਤਾ ਹੋ ਗਿਆ ਕਿ ਵਾਕਈ ਰੁੱਦੂ ਸਿੰਘ ਮਾਨਸਾ ਹੁਣ ਚੋਣਾਂ ਲੜਦੇ ਨੇ, ਖੁਦ ਦੱਸਣਗੇ। ਰੁੱਦੂ ਸਿੰਘ ਮਾਨਸਾ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਇੱਕ ਬਿਆਨ ਦਿੱਤਾ ਸੀ, ਅਲੱਗ ਤੁਸੀਂ ਚੋਣਾਂ ਲੜਦੇ ਹੋ ਸੰਯੁਕਤ ਸਮਾਜ ਮੋਰਚੇ ਤੋਂ, ਹੁਣ ਸਮਝੌਤਾ ਹੋ ਗਿਆ? ਨਹੀਂ, ਬਿਲਕੁਲ ਨਹੀਂ। ਮੇਰਾ ਬਿਆਨ ਕਿਤੇ ਇੰਟਰਵਿਊ ਦਿਖਾ ਦਿਓ ਮੈਨੂੰ। ਮੈਂ ਸ਼ੁਰੂਆਤ ਤੋਂ ਜਦੋਂ ਮਤਲਬ ਦਿੱਲੀ ਤੋਂ ਆ ਕੇ ਅਸੀਂ 32 ਜਥੇਬੰਦੀਆਂ ਮੀਟਿੰਗ ਸੱਦੀ ਹੈ, ਬਾਕੀ 3 ਮੀਟਿੰਗਾਂ ਸਾਡੇ ਫੈਸਲਾ ਹੋਇਆ, ਪੂਰਾ ਰੜਕ ਕੇ ਫੈਸਲਾ ਹੋਇਆ। 22 ਜਥੇਬੰਦੀਆਂ ਨੇ ਕਿਹਾ ਅਸੀਂ ਇਲੈਕਸ਼ਨ ਲੜਨੀ ਹੈ, 10 ਸਾਡੇ ਸਾਥੀਆਂ ਨੇ ਕਹਿੰਦਾ ਵੀ ਨਹੀਂ ਲੜਨੀ। ਠੀਕ ਹੈ ਨਾ ਗੱਲ। ਫਿਰ ਅਸੀਂ ਉਹਦਾ ਜਾ ਕੇ ਸਮਾਜ ਮੋਰਚਾ ਬਣਾਇਆ। ਮੈਂ ਉਦੋਂ ਦਾ ਹੀ ਕਹਿਣਾ ਗਾ, ਮੇਰੀ ਪੰਜਾਬ ਕਿਸਾਨ ਯੂਨੀਅਨ, ਮੈਂ ਇਲੈਕਸ਼ਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਲੜਾ ਰਿਹਾ। ਆਪ ਲੜ ਨਹੀਂ, ਮੈਂ ਆਪ ਨਹੀਂ ਲੜਾ ਰਿਹਾ। ਜਿੰਨੀ ਮੈਨੂੰ ਟਿਕਟਾਂ ਮਿਲੀ ਉਨੇ ਮੈਂ ਲੜਾ ਰਿਹਾ। ਅਤੇ ਮੈਂ ਕਦੇ ਨਹੀਂ ਕਿਹਾ ਵੀ ਮੈਂ ਸਮਾਜ ਮੋਰਚੇ ਵੱਲੋਂ ਨਹੀਂ ਲੜੂੰਗਾ ਅਤੇ ਜਾਂ ਮੇਰਾ ਕੋਈ ਕੈਂਡੀਡੇਟ ਨਹੀਂ ਲੜੂਗਾ। ਉਸੇ ਵੱਲੋਂ ਉਦੋਂ ਦਾ ਕੋਈ ਮੇਰੀ ਇੱਕ ਇੰਟਰਵਿਊ ਦਿਖਾਓ ਮੈਂ ਕਦੇ ਕਿਹਾ ਹੋਵੇ ਵੀ ਮੈਂ ਸਮਾਜ ਮੋਰਚੇ ਵੱਲੋਂ ਮੇਰੇ ਕੈਂਡੀਡੇਟ ਨਹੀਂ ਲੜਨਗੇ। ਇਹ ਬਿਲਕੁਲ ਨਹੀਂ ਹੈਗਾ। ਇਹ ਇੱਕ ਸਿਆਸੀ ਪਾਰਟੀ ਕੋਈ ਨਹੀਂ ਹੈਗੀ। ਇਹ ਇੱਕ ਜਥੇਬੰਦੀਆਂ ਨੇ ਰਲ ਕੇ, 22 ਜਥੇਬੰਦੀਆਂ ਨੇ ਇੱਕ ਆਪਦੀ, ਉਹਨੂੰ ਪਾਰਟੀ ਵੀ ਕਹਿ ਸਕਦੇ ਹਾਂ, ਸਮਾਜ ਮੋਰਚਾ ਵੀ ਕਹਿ ਸਕਦੇ ਹਾਂ, ਪਰ ਸਰਕਾਰ ਤਾਂ ਇਹਨੂੰ ਪਾਰਟੀ ਮੰਨਦੀ ਹੁੰਦੀ ਹੈ। ਆਮ ਆਪਾਂ ਸਮਾਜ ਮੋਰਚਾ ਕਹਿ ਦਿੰਦੇ ਹਾਂ। ਇਹ ਤਾਂ ਕਿਸ ਮੁਕਰ ਨਹੀਂ ਹੋ ਸਕਦਾ। ਉਹਦੇ ਵਿੱਚ ਅਸੀਂ ਸਾਰੇ ਵਰਗਾਂ ਦੇ ਲੋਕਾਂ ਨੂੰ ਮਤਲਬ ਟਿਕਟਾਂ ਦਿੱਤੀਆਂ ਨੇਗੀਆਂ। 22 ਜਥੇਬੰਦੀਆਂ ਸਾਡੀ ਕਮੇਟੀ ਬਣੀ ਆ। ਕਮੇਟੀ ਦੇ ਵਿੱਚ ਅਸੀਂ ਬਾਹਰੋਂ ਬੰਦਾ ਨਹੀਂ ਪਾਇਆ। ਜਿਹੜੀਆਂ ਛੋਟੀਆਂ ਕਮੇਟੀਆਂ ਬਣਾਈਆਂ ਨੇਗੀਆਂ, 3 ਕਮੇਟੀਆਂ ਬਣੀਆਂ, ਉਹਨਾਂ 'ਚ 1-2 ਬੰਦੇ ਅਸੀਂ ਬਾਹਰੋਂ ਪ੍ਰੋਫੈਸਰ ਪਾਏ ਨੇ, ਹੋਰ ਪਾਏ ਨੇ, ਉਹ ਪਾਏ ਨੇ। ਪਰ ਜਿਹੜਾ ਆਖਰੀ ਫੈਸਲਾ ਕਰਨਾ ਹੈ ਉਹ ਸਾਡਾ 22 ਜਥੇਬੰਦੀਆਂ ਨੇ ਕਰਨਾ ਹੈ। ਉਹ 'ਚ 23ਵਾਂ ਬੰਦਾ ਕੋਈ ਨਹੀਂ ਆਊਗਾ, ਉਹ ਅਸੀਂ ਕਰਦੇ ਹਾਂ। ਹੁਣ ਜਿਹੜੀਆਂ 10 ਬਾਹਰ ਨੇ ਉਹਨਾਂ ਨੂੰ ਮੰਨੀਏ ਕਿ ਵੋਟਾਂ ਦਾ ਹੀ ਹੱਲ ਨਹੀਂ ਹੋਣਾ, ਕਿ ਤੁਹਾਨੂੰ ਮੰਨੀਏ ਕਿ ਵੋਟਾਂ ਦਾ ਹੀ ਹੱਲ ਹੋਣਾ? 3 ਚੀਜ਼ਾਂ ਦੇ ਨਾਲ ਰੈਵੋਲੂਸ਼ਨ ਕਹਿ ਦਈਏ ਜਾਂ ਤਬਦੀਲੀ ਕਹਿ ਦਈਏ ਆਉਂਦੀ ਹੈ। ਇੱਕ ਤਾਂ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਵੱਡੇ ਸੰਘਰਸ਼ ਲੜੀਏ, ਫਿਰ ਕੁਛ ਨਾ ਕੁਛ ਜਿਵੇਂ ਪਿੱਛੇ ਆਪਾਂ ਸੰਘਰਸ਼ ਲਿਆ ਉਹਨੂੰ ਰੈਵੋਲੂਸ਼ਨ ਹੀ ਕਿਹਾ ਜਾ ਸਕਦਾ, ਮੰਗਾਂ ਬਣਾਈਆਂ ਨਹੀਂ ਆ। ਦੂਸਰਾ ਹੁੰਦਾ ਕੋਈ ਜ਼ਿਆਦਾ ਖਾੜਕੂ ਲੋਕ ਕਹਾਉਣ ਹਥਿਆਰਬੰਦ ਕੋਲ ਚੱਕ ਲੈਣਾ। ਹਥਿਆਰਬੰਦ 2-3 ਲੜਾਈਆਂ ਭਾਰਤ ਦੇ ਵਿੱਚ ਲੜੀਆਂ ਗਈਆਂ, ਚਾਹੇ ਸਟੇਟਾਂ 'ਚ ਲੜੀਆਂ ਗਈਆਂ। ਉਹ 'ਚ ਐਡੀ ਕੋਈ ਵੱਡੀ ਪ੍ਰਾਪਤੀ ਅਸੀਂ ਕਰ ਨਹੀਂ ਸਕੇ। ਨੁਕਸਾਨ ਅਸੀਂ ਜ਼ਰੂਰ ਆਪਦਾ ਉਹਨਾਂ ਲੜਾਈਆਂ ਦੇ ਵਿੱਚ ਸਾਡਾ ਨੌਜਵਾਨੀ ਦਾ ਦੋਨਾਂ ਪਾਸਿਆਂ ਨੁਕਸਾਨ ਹੋਇਆ। ਇੱਕ ਹੁੰਦਾ ਸਾਨੂੰ ਅਧਿਕਾਰ ਮਿਲਿਆ ਵੋਟ ਪਾਉਣ ਦਾ। ਵੋਟ ਪਾਉਣ ਦਾ ਅਧਿਕਾਰ ਐਂ ਨਹੀਂ ਮਿਲ ਗਿਆ, ਕਿਸੇ ਨੇ ਥਾਲੀ 'ਚ ਪਾ ਕੇ ਪਰੋਸ ਕੇ ਦਿੱਤਾ। ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ। ਫਿਰ ਪਹਿਲਾਂ ਤਾਂ ਵੋਟਾਂ ਦਾ ਕੁਛ ਬੰਦੇ ਪਾਉਂਦੇ ਹੁੰਦੇ, ਫਿਰ ਹੌਲੀ ਹੌਲੀ ਸਾਰਿਆਂ ਨੂੰ ਅਧਿਕਾਰ ਮਿਲਿਆ। ਅਧਿਕਾਰ ਜਿਹੜਾ ਮਿਲਿਆ ਇਹਨੂੰ ਵਰਤ ਲੈਣਾ ਸਾਨੂੰ ਚਾਹੀਦਾ। ਉਹ ਤਰੀਕੇ ਨਾਲ ਅਸੀਂ 22 ਜਥੇਬੰਦੀਆਂ ਨੇ ਵਰਤਿਆ। ਇਸ ਕਰਕੇ ਇਹ ਹੈ ਗੱਲ, ਵੱਡੇ ਇਕੱਠ ਕਰਕੇ ਵੀ ਲੜ ਲਿਆ, ਉਹ ਰੈਵੋਲੂਸ਼ਨ ਵੀ ਕਰਕੇ ਦੇਖ ਲਿਆ। ਹੁਣ ਅਸੀਂ ਵੋਟ ਅਧਿਕਾਰ ਹੈ, ਲੋਕ ਸਾਨੂੰ ਐਂ ਨਾ ਕਹਿਣ ਵੀ ਸਾਨੂੰ ਕੁਝ ਦਿੱਤਾ ਨਹੀਂ, ਤੁਸੀਂ ਸੰਘਰਸ਼ ਦਿੱਤਾ, ਸੰਘਰਸ਼ ਲੜੇ, ਸਾਰੇ ਆਗੂ ਵਧੀਆ ਲੜਦੇ ਹੋ, ਪਰ ਵੋਟ ਕਿਹਨੂੰ ਪਾਈਏ? ਠੀਕ ਹੈ ਨਾ ਗੱਲ। ਅਸੀਂ ਕਿਹਾ ਵੀ ਆਹ ਸਮਾਜ ਮੋਰਚਾ ਦੇਤਾ, ਠੀਕ ਹੈ ਨਾ ਗੱਲ। ਫੈਸਲਾ ਲੋਕਾਂ ਦਾ। ਹਰ ਇੱਕ ਪਾਰਟੀ ਕਹੂ ਮੈਂ ਜਿੱਤੂ, ਸਾਡੇ ਅਸੀਂ ਜਿੱਤਾਂਗੇ, ਅਸੀਂ ਸਰਕਾਰ ਬਣਾਵਾਂਗੇ। ਰੁੱਦੂ ਸਿੰਘ ਨੇ ਇਹ ਗੱਲ ਕਹਿੰਦਾ। ਮੈਂ ਕਹਿੰਦਾ ਲੋਕਾਂ ਦਾ ਫੈਸਲਾ, ਜੋ ਮਰਜ਼ੀ ਫੈਸਲਾ ਕਰਨ, ਉਹਨਾਂ ਦੇ ਮੌਲਿਕ ਅਧਿਕਾਰ ਨੇ। ਸਾਡੀ ਸਰਕਾਰ ਬਣਾਓ, ਜੇ ਉਹਨਾਂ ਚਾਹ ਕੇ ਅਸੀਂ ਹੋਰ ਉਹ ਮਰਾਉਣੀ, ਉਹਨਾਂ ਦੀ ਮਰਜ਼ੀ ਬਣਾਈ। ਸਾਨੂੰ ਇਸ ਗੱਲ ਦਾ ਕਿ ਸਾਨੂੰ ਨਹੀਂ ਕਹਿਣਗੇ, ਅਸੀਂ ਆਪਦਾ ਫਿਰ ਸੜਕਾਂ 'ਤੇ ਸਾਡੀ ਫਰਕ ਪੈਣਾ ਗੱਲ। ਮੇਰਾ ਕਹਿਣ ਦਾ ਮਤਲਬ ਸਾਨੂੰ ਜਿਹੜੀ ਚੀਜ਼ ਨਾਲ ਰੈਵੋਲੂਸ਼ਨ ਦੇ ਲਵੇ ਪਹੁੰਚਦਾ, ਲੋਕਾਂ ਦੇ ਫਾਇਦੇ ਵਾਸਤੇ ਪਹੁੰਚਦਾ, ਸਾਨੂੰ ਵਰਤ ਲੈਣੀ ਚਾਹੀਦੀ ਹੈ। ਉਗਰਾਹਾਂ ਸਾਹਿਬ ਤਾਂ ਕਹਿੰਦੇ ਨੇ ਕਿ ਵੋਟਾਂ ਰਾਹੀਂ ਜਾ ਕੇ ਕੁਛ ਨਹੀਂ ਮਿਲਣਾ, ਆਉਣਾ ਸੜਕਾਂ 'ਤੇ ਹੀ ਪੈਣਾ। ਤੁਸੀਂ ਵੀ ਸੜਕਾਂ 'ਤੇ ਬੈਠ ਕੇ ਦਿੱਲੀ ਜੋ ਕਾਲੇ ਕਾਨੂੰਨ ਰੱਦ ਕਰਵਾਏ ਨੇ, ਜੋ ਤੁਸੀਂ ਕਹਿੰਦੇ ਹੋ ਕਾਲੇ, ਤਾਂ ਫਿਰ ਉਗਰਾਹਾਂ ਸਾਹਿਬ ਦੀ ਗੱਲ ਠੀਕ ਹੈ, ਸੜਕਾਂ 'ਤੇ ਜਾਣਾ ਪੈਣਾ, ਸਿਸਟਮ ਵਿੱਚ ਨਹੀਂ, ਨਾ ਹੀ ਵੋਟਾਂ ਦਾ ਹੀ ਹੱਲ ਹੋਣੇ। ਨਹੀਂ, ਮੈਂ 3 ਗੱਲਾਂ ਨੂੰ ਠੀਕ ਹੈ ਤਾਂ ਮੈਂ ਤੁਹਾਡੇ ਲੋਕ ਕਿੱਦਾਂ ਜਾਣ? ਨਹੀਂ, ਮੇਰੀ ਗੱਲ ਜੋ ਪੰਜਾਬ ਦੇ ਲੋਕ ਹੁਣ ਤੁਹਾਡੀ ਗੱਲ ਮੰਨ ਕੇ ਤੁਹਾਨੂੰ ਵੋਟ ਕਰਨ, ਉਹਨਾਂ ਦੀ ਗੱਲ ਨਾ ਮੰਨ ਕੇ ਸੜਕਾਂ 'ਤੇ ਜਾਣ। ਨਹੀਂ, ਮੌਲਿਕ ਅਧਿਕਾਰ ਨੇ ਲੋਕਾਂ ਦੇ, ਮੌਲਿਕ ਅਧਿਕਾਰ ਨੇ ਲੋਕਾਂ ਨੇ। ਕੀ ਗਰਾਹਾਂ ਸਾਹਿਬ ਦੀ ਗੱਲ ਮੰਨਣੀ ਹੈ ਕਿ ਸਾਡੀ 22 ਜਥੇਬੰਦੀਆਂ ਦੀ ਗੱਲ ਮੰਨਣੀ ਹੈ ਕਿ ਸਰਜੀਤ ਦੀ ਮੰਨਣੀ ਹੈ? ਬਾਈਕਾਟ ਕਰਨਾ ਉਹ ਲੋਕਾਂ ਦਾ ਮੌਲਿਕ ਅਧਿਕਾਰ ਹੈ। ਅਸੀਂ ਲੋਕਾਂ 'ਤੇ ਕਿਉਂ ਦਬਾਅ ਪਾਈਏ ਵੀ ਸਾਡੀ ਗੱਲ ਮੰਨੋ? ਅਸੀਂ 3 ਰਸਤੇ ਦੇਤੇ ਉਹਨਾਂ ਨੂੰ। ਗਰਾਹਾਂ ਸਾਹਿਬ ਨੇ ਕਹਿਤਾ ਵੀ ਖੁੱਲ੍ਹੇ ਛੱਡੇ, ਤੁਹਾਡੀ ਮਰਜ਼ੀ ਹੈ, ਵੋਟ ਪਾਓ ਜਾਓ। ਸਰਜੀਤ ਕਹਿੰਦਾ ਬਾਈਕਾਟ ਕਰੋ, ਠੀਕ ਹੈ ਨਾ ਗੱਲ। ਉਹ ਲੋਕਾਂ ਦੀ ਮਰਜ਼ੀ ਹੈ ਬਾਈਕਾਟ ਕਰਨ। ਅਸੀਂ ਕਹਿੰਦੇ ਅਸੀਂ 22 ਜਥੇਬੰਦੀਆਂ ਨੇ ਸਮਾਜ ਮੋਰਚਾ ਦੇਤਾ ਵੀ ਭਾਈ ਵੋਟਾਂ ਪਾਓ,
ਉਹ ਲੋਕਾਂ ਦੀ ਮਰਜ਼ੀ, ਅਸੀਂ ਧੱਕੇ ਨਾਲ ਕਿਸੇ ਨੂੰ ਕਿਉਂ ਕਹਾਂਗੇ ਵੀ ਆਹ ਕੰਮ ਕਰੋ। ਫਿਰ ਤੁਸੀਂ ਧੱਕੇ ਨਾਲ ਵੀ ਕਿਹਾ ਵੋਟ ਦੀ ਚੋਟ, ਯਾਦ ਹੈ ਪੱਛਮੀ ਬੰਗਾਲ ਦੇ ਵਿੱਚ? ਨਹੀਂ, ਉਹ ਤਾਂ ਖੜੇ ਪੈਂਦੇ ਉਹ ਵੋਟ ਦੀ ਚੋਟ, ਉਹ ਵੀ ਤੁਸੀਂ ਜ਼ਿਕਰ ਕੀਤਾ ਸੀ ਵੋਟ ਦੀ ਚੋਟ ਵੀ ਬੀਜੇਪੀ ਨੂੰ ਨਾ ਪਾਓ, ਬਾਕੀ ਪਾਰਟੀਆਂ ਨੂੰ ਜਿੱਦੋਂ ਮਰਜ਼ੀ ਪਾ ਦਿਓ। ਅਸੀਂ ਹੁਣ ਵੀ ਕਹਿੰਦੇ ਵੋਟ ਦੀ ਚੋਟ, ਹੁਣ ਵੀ ਕਹਿੰਦੇ ਭੱਜਦੇ ਨਹੀਂ ਉਸ ਗੱਲ ਤੋਂ, ਜਮਾਂ ਨਹੀਂ ਮੁੱਕਰਦੇ। ਵੋਟ ਦੀ ਚੋਟ, ਹੁਣ ਵੋਟ ਦੀ ਚੋਟ ਸਿੱਧੀ ਕਰੀ ਹੈ, ਉਦੋਂ ਥੋੜੀ ਟੇਢੇ ਹੱਥ ਨਾ ਕਰੀ ਤੀ, ਉਦੋਂ ਟੇਢਾ ਕੰਮ ਕਰਿਆ ਸੀਗਾ ਵੀ ਇਹਨੂੰ ਨਾ ਜਿੱਤਿਆਓ, ਹੋਰ ਜਿਹਨੂੰ ਮਰਜ਼ੀ ਜਿੱਤਿਆ। ਇੱਥੇ ਹੁਣ ਕਿਹਨੂੰ ਕਹੀਏ ਵੀ ਕੀ ਇਹਨੂੰ ਨਾ ਜਿੱਤਿਆਓ, ਦੱਸੋ ਕਿਹਨੂੰ ਕਹੀਏ? ਤੁਸੀਂ ਲੋਕਾਂ ਤੁਸੀਂ ਮੈਨੂੰ ਲੋਕਾਂ ਨੂੰ ਦੱਸਣਾ ਹੀ, ਤੁਸੀਂ ਦੱਸਣਾ ਸੀ ਨਾ। ਅਸੀਂ ਕਹੀਏ ਕਿਹਨੂੰ ਵੀ ਕਿਹਨੂੰ ਜਿੱਤਿਆਓ? ਕੀ ਅਸੀਂ ਕਹੀਏ ਵੀ ਮਤਲਬ ਕਾਂਗਰਸ ਨੂੰ ਨਾ ਜਿੱਤਿਆਓ, ਫਲਾਣੇ ਨੂੰ ਜਿੱਤਿਆ ਜਾਂ ਇਹਨੂੰ ਜਿੱਤਿਆ, ਕਹੀਏ ਕਿਹਨੂੰ? ਅਸੀਂ ਕਹਿੰਦੇ ਤਿੰਨਾਂ ਨੂੰ ਸਾਰਿਆਂ ਨੂੰ ਹਰਾਓ, ਸਮਾਜ ਮੋਰਚੇ ਨੂੰ ਜਿੱਤਿਆਓ। ਉਹ ਚੋਟ ਮਾਰਤੀ, ਸਾਡਾ ਤਾਂ ਇਹ ਕੰਮ ਹੈ। ਸਮਾਜ ਮੋਰਚਾ ਦੇਤਾ, ਅਸੀਂ ਉਹਨੂੰ ਜਿੱਤਿਆਓ, ਦੂਜਿਆਂ ਨੂੰ ਹਰਾਓ, ਸਾਡੀ ਇਹ ਚੋਟ ਹੈ। ਕੱਲ ਨੂੰ ਕੋਈ ਤੁਹਾਡੀ ਪਾਰਟੀ ਦੇ ਖਿਲਾਫ ਹੈ ਕਹਿ ਦੇਵੇ ਵੀ ਵੋਟ ਦੀ ਚੋਟ ਇਹਨਾਂ ਦਾ ਵੀ ਲੱਗਣਾ ਚਾਹੀਦਾ, ਨਹੀਂ ਲੱਗਣਾ ਚਾਹੀਦਾ। ਅਸੀਂ ਸੰਘਰਸ਼ੀ ਲੋਕ ਆ, ਜਿੱਦੇ ਅਸੀਂ ਵਿਧਾਨ ਸਭਾ 'ਚ ਬਾਗੇ ਨਾ ਮਾੜੇ ਕੰਮ ਕਰੇ ਫਿਰ ਚੋਟ ਦੀ ਛਿੱਤਰ ਮਾਰੋ। ਜੇ ਮੈਂ ਤਾਂ ਕਹਿੰਦਾ ਕੱਲਾ ਉਹ ਨਾ ਕਰੋ, ਚੋਟ ਨਾ ਮਾਰੋ, ਛਿੱਤਰ ਮਾਰੋ। ਜਿਹੜਾ ਕੋਈ ਮਾੜੇ ਕੰਮ ਕਰੇ ਨਾ ਲੋਕਾਂ ਦੇ ਹੱਕਾਂ 'ਚ ਜਾਵੇ, ਇਹ ਇੱਧਰ ਨੂੰ ਜਾਓ। ਅਜੇ ਤਾਂ ਸਾਡੇ ਤਾਂ ਸੰਘਰਸ਼ ਹੀ ਦੇਖਿਆ, ਸਾਡਾ ਤਾਂ ਵਿਧਾਨ ਸਭਾ 'ਚ ਕਿਸੇ ਨੇ ਕੁਝ ਦੇਖਿਆ ਨਹੀਂ ਹੈਗਾ। ਮਤਲਬ ਜੀ ਕਰਨਾ ਸਾਨੂੰ ਵੋਟ ਪਾਓ, ਸਹੀ ਗੱਲ। ਵਿਧਾਨ ਸਾਹਿਬ ਇਹ ਕਹਿੰਦੇ ਨੇ ਕਿ ਜਥੇਬੰਦੀਆਂ ਸੈਰ ਤੇ ਗਈਆਂ ਨੇ, ਘੁੰਮ ਕੇ ਸਾਡੇ ਕੋਲ ਹੀ ਆਉਣਗੀਆਂ। ਸਾਨੂੰ ਛੁੱਟੀ ਤੇ ਭੇਜਿਆ ਉਹਨਾਂ ਨੇ, ਸਾਡੀਆਂ ਘੁੰਮਣਾ ਸੇ ਭੇਜਿਆ, ਮਿਲਣਾ ਕੁਛ ਨਹੀਂ, ਨਿਕਲਣਾ ਕੁਛ ਨਹੀਂ, ਵੀ ਜਾ ਕੇ ਤਜਰਬਾ ਕਰਕੇ ਵਾਪਸ ਆ ਜਾਂਦੇ। ਨਹੀਂ, ਮੇਰੀ ਗੱਲ ਸੁਣੋ, ਉਹਨਾਂ ਨੇ ਸਾਨੂੰ ਕੱਢਿਆ ਨਹੀਂ ਹੈਗਾ ਮੋਰਚੇ ਦੇ ਵਿੱਚੋਂ। ਮਤਲਬ ਜੇ ਕਹੀਏ ਜਿਹੜਾ ਵੱਡਾ ਮੋਰਚਾ ਬਣਿਆ, ਉਹਨਾਂ ਨੇ ਕਿਹਾ ਵੀ ਅਸੀਂ ਛੁੱਟੀ ਤੇ ਭੇਜੇ ਨੇ, ਉਹ ਤਜਰਬਾ ਕਰਨਗੇ। ਸਮਝ ਗੱਲ? ਤਜਰਬਾ ਕਾਮਯਾਬ ਹੋ ਗਏ, ਗਾਹ ਨੂੰ ਵੀ ਆ ਜਾਣਗੇ। ਜੇ ਭਾਈ ਲੋਕਾਂ ਨੇ ਸਾਨੂੰ ਇਹੀ ਰੱਖਣਾ, ਮੈਂ ਲੋਕਾਂ ਦੇ ਫੈਸਲੇ ਨੂੰ ਮੰਨਣਾ। ਲੋਕ ਕੀ ਦੁਸ਼ਮਣਾਂ ਦਾ ਬਟਨ ਦਬਦੇ ਨੇ ਕਿ ਮਿੱਤਰਾਂ ਦਾ ਦਬਦੇ ਨੇ? ਬਸ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਹੁਣ ਤੁਸੀਂ ਦੁਸ਼ਮਣਾਂ ਦਾ ਦਬਣਾ ਕਿ ਮਿੱਤਰਾਂ ਦਾ ਦਬਣਾ? ਜਿਹੜੇ 40 ਸਾਲ ਤੁਹਾਡੇ ਨਾਲ ਸੰਘਰਸ਼ 'ਚ ਰਹੇ ਨੇ, 1.5 ਸਾਲ ਤੁਹਾਡੇ ਨਾਲ ਸੜਕਾਂ 'ਤੇ ਪਏ ਨੇ, ਅਸੀਂ ਨਾ ਪੈਸਾ ਦੇ ਸਕਦੇ ਹਾਂ, ਨਾ ਫੀਮ ਦੇ ਸਕਦੇ ਹਾਂ, ਨਾ ਸਾਡੇ ਕੋਲ ਕੁਛ ਹੋਰ ਹੈਗਾ। ਸਾਡੇ ਕੋਲ ਆ ਇਕੱਲਾ ਸੰਘਰਸ਼, ਅਤੇ ਸਾਡੇ ਕੋਲ ਹੈਗੇ ਨੇ ਇਕੱਲੇ ਸੰਘਰਸ਼ੀ ਲੋਕ ਜਿਨ੍ਹਾਂ ਨੇ 90% ਯੋਗਦਾਨ ਅੰਦੋਲਨ ਦੇ ਵਿੱਚ ਪਾਇਆ। ਮੈਂ ਬੇਨਤੀ ਕਰਦਾ ਹੁਣ 90% ਇੱਧਰ ਪਾ ਲਓ। ਕਿਸ ਤੇ ਯਕੀਨ ਕਰਨੇ ਹੋ? ਵੋਟਾਂ ਨਾਲ ਹੀ ਯਕੀਨ ਕਰਨੇ ਹੋ ਕਿ ਸੜਕਾਂ ਤੇ ਬੈਠ ਕੇ ਮਸਲੇ ਹੱਲ ਹੋਣਗੇ, ਇਸ ਤੇ ਯਕੀਨ ਕਰਨੇ ਹੋ? ਤਿੰਨਾਂ ਗੱਲਾਂ 'ਤੇ ਯਕੀਨ ਕਰਦਾ, ਤਿੰਨਾਂ। ਮੈਂ ਦੋ ਕਿਹਾ। ਨਹੀਂ, ਮੈਂ ਹਥਿਆਰਬੰਦ 'ਤੇ ਵੀ ਯਕੀਨ ਕਰਦਾ। ਛੱਡ ਕਰ ਦੂੰਗਾ। ਹੁਣ ਲੋਕ ਹਥਿਆਰ ਚੁੱਕ ਲੈਣ? ਨਹੀਂ, ਚੱਕ ਲੈਣਗੇ। ਦੇਖੋ ਸਹੀ ਕੀ ਬਣਿਆ 2 ਸਾਲ ਬਾਅਦ ਵੋਟਾਂ ਤੋਂ। 2 ਸਾਲ ਬਾਅਦ ਦੇਖਿਓ ਤੇ ਕੀ ਬੈਂਗਣੀ ਉਗੜਨੀ ਹੈ ਜੇ ਕੋਈ ਚੰਗੀ ਸਰਕਾਰ ਨਾ ਬਣੀ। ਇੱਥੇ ਬਣਨਾ ਕੀ ਹੈ ਪੰਜਾਬ ਦੇ ਵਿੱਚ? ਕੀ ਹੋਇਆ ਆਪਣਾ ਬਿਹਾਰ ਦੇ ਵਿੱਚ? ਹੁਣ ਬਿਨਾਂ ਮੁੰਡਿਆਂ ਨੂੰ ਅਗਵਾਈ ਕਰੇ ਬਿਨਾਂ 70,000 ਮੁੰਡਿਆਂ ਨੇ ਕਾਗਜ਼ ਡਿਗਰੀਆਂ ਪੂਰੀਆਂ ਕਰਕੇ ਸੜਕਾਂ 'ਤੇ ਉਤਰੇ। ਡਾਂਗ ਨਾਲ ਦਬਾ ਤੇ ਕੋਈ ਗੱਲ ਨਹੀਂ। ਜੇ ਕੋਈ ਮਤਲਬ ਤੇ ਸੱਜਣ ਮੂਹਰੇ ਲੱਗ ਗਏ, ਦੇਖਿਓ ਕੋਈ ਬੈਂਗਣੀ ਉਗੜਦੀ ਹੈ। ਮੈਂ ਤਿੰਨੇ ਚੀਜ਼ਾਂ ਤੇ ਯਕੀਨ ਰੱਖਦਾ, ਮੈਨੂੰ ਕੋਈ ਵਜ੍ਹਾ ਗੱਲ ਨਹੀਂ ਹੈਗਾ। ਹਥਿਆਰਬੰਦ ਤਰੀਕਾ ਦੇਖ ਲਿਆ ਪਹਿਲਾਂ? ਮੈਂ ਪਹਿਲਾਂ ਵੀ ਕਹਿਤਾ, ਦੇਖ ਲਿਆ, ਨੁਕਸਾਨ ਖਾਦਾ 2 ਵਾਰਾਂ, ਦੁਬਾਰਾ ਫਿਰ ਨੁਕਸਾਨ। ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਆ, ਸਾਨੂੰ ਕਿਸੇ ਗੱਲ ਤੋਂ ਯਕੀਨ ਗਵਾਉਣਾ ਨਹੀਂ ਚਾਹੀਦਾ। ਸਾਨੂੰ ਉਹਦੇ ਯਕੀਨ ਤੇ ਰਹਿਣਾ ਚਾਹੀਦਾ। ਫਿਰ ਤੁਸੀਂ ਹਥਿਆਰਬੰਦ ਦੀ ਗੱਲ ਕਰ, ਜੋ 3 ਤਰੀਕੇ ਸੜਕਾਂ ਤੇ ਗੱਲ ਕਰ ਰਹੇ ਹੋ, ਉਹ ਵੀ ਹੋਣਾ ਚਾਹੀਦਾ। ਹਥਿਆਰਬੰਦ ਦੀ ਵੀ ਗੱਲ ਕਰ ਰਹੇ ਹੋ, ਵੋਟ ਰਾਹੀਂ ਵੀ ਗੱਲ ਕਰ ਰਹੇ ਹੋ, ਤਿੰਨਾਂ ਚੀਜ਼ਾਂ 'ਚ ਤੁਸੀਂ ਇਹ ਗੱਲ ਕਰ ਰਹੇ ਹੋ। ਸਾਡੇ ਜੇ ਕੋਈ ਮਤਲਬ ਇੱਟ ਮਾਰੂ ਫਿਰ ਪੱਥਰ ਮਾਰਾਂਗੇ ਨਹੀਂ, ਸੀ ਕੋਈ ਸਾਡਾ ਨੁਕਸਾਨ ਕਰੂਗਾ। ਅਸੀਂ ਉਹ ਸਾਡੇ ਜੁੜੀਆਂ ਪਾਈਆਂ ਨਹੀਂ ਆ। ਮਤਲਬ ਜੇ ਕੋਈ ਸਾਡਾ ਨੁਕਸਾਨ ਕਰਨਾ ਚਾਹੂਗਾ, ਇਹ ਥੋੜੀ ਜਿਹੀ ਵੀ ਫਿਰ ਮਤਲਬ ਉਹਨੂੰ ਐ ਕੋਈ ਜਵਾਬ ਨਹੀਂ ਦੇਵਾਂਗੇ ਜਵਾਬ ਕਿਉਂ ਨਹੀਂ ਦੇਵਾਂਗੇ? ਸੜਕਾਂ 'ਤੇ ਬਹਿ ਕੇ ਦੇਖ ਲਿਆ, ਵੋਟਾਂ 'ਚ ਆ ਗਏ ਹੋ, ਹੁਣ ਹਥਿਆਰ ਚੱਕੋਗੇ? ਨਹੀਂ ਚੱਕਦੇ ਜੀ, ਨਹੀਂ ਚੱਕਦੇ। ਮੈਂ ਕੋਈ ਮੇਰਾ ਕਹਿਣ ਦਾ ਮਤਲਬ, ਮੈਨੂੰ ਤਿੰਨੇ ਚੀਜ਼ਾਂ 'ਤੇ ਵਿਸ਼ਵਾਸ ਹੈ। ਨਹੀਂ ਚੱਕਣੇ ਹਜੇ, ਕੋਈ ਨਹੀਂ ਚੱਕਣ ਦਾ ਸਮਾਂ ਹੀ ਨਹੀਂ ਹੈਗਾ। ਵਿਸ਼ਵਾਸ ਮੇਰੀ ਗੱਲ ਤਾਂ ਸੁਣੋ, ਮੇਰਾ ਜੰਗਲ ਚਾਹੀਦਾ। ਲੋਕਾਂ ਦਾ ਜੰਗਲ ਹੋ ਗਿਆ, ਲੋਕ ਸਭ ਕੁਛ ਕਰ ਲੈਂਦੇ ਨੇ। ਮਤਲਬ ਮੇਰੀ ਗੱਲ, ਲੋਕਾਂ ਦਾ ਜੰਗਲ ਆ, ਲੋਕ ਵੱਡੇ ਇਕੱਠ ਹੋ ਗਏ। ਸਾਡੇ ਇਕੱਠ ਨੇ 90% ਲੋਕਾਂ ਨੇ ਸਾਡੇ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ, ਪੈਸਾ ਦਿੱਤਾ ਹੈ, ਬਾਹਰੋਂ ਸਾਨੂੰ ਮਦਦ ਮਿਲੀ ਹੈ। ਇਵੇਂ ਜੋ ਕਰ ਜੇ ਹੁਣ ਵਿਧਾਨ ਸਭਾ 'ਚ ਮਦਦ ਕਰ ਦੇਣ, ਫਿਰ ਡੰਡਾ ਚੱਕਣ ਦੀ ਕੀ ਲੋੜ ਹੈ? ਇਹਨਾਂ ਦੀ ਮਦਦ ਕਰ ਦੇਣ ਕਿਹਨੇ? ਇਹਨਾਂ ਦਾ ਹੀ ਨਹੀਂ, ਸਾਨੂੰ ਪੈਸਾ ਭੇਜਿਆ ਸਾਨੂੰ ਬਾਹਰੋਂ, ਹੈ ਕੋਈ ਦਿੱਕਤ ਨਹੀਂ। ਹੁਣ ਮਦਦ ਕਿਸ ਚੀਜ਼ ਦੀ ਮੰਗਦੇ? ਵਿਧਾਨ ਸਭਾ 'ਚ ਪੈਸੇ ਦੀ ਡਿਮਾਂਡ ਕਰਦੇ ਵੀ ਇਹਨਾਂ ਦੀ ਭੇਜਣ, ਵੀ ਵੋਟਾਂ ਦੇ ਖਰਚੇ ਹੁੰਦਾ ਹੈ? ਨਹੀਂ, ਸਾਨੂੰ ਵੋਟਾਂ ਇਕੱਲੀ ਵੋਟਾਂ ਪਾਉਣ, ਸਾਨੂੰ ਕਹਿ ਕੇ ਪੈਸਾ ਸਾਡੇ ਅਸੀਂ ਲਾਉਣਾ ਹੀ ਨਹੀਂ ਪੈਸਾ। ਮੈਂ ਮੇਰੇ ਆਪਦੇ ਕੈਂਡੀਡੇਟ ਨੂੰ ਲੜਾਊਂਗਾ, ਮਾਨਸਾ ਹਲਕੇ 'ਤੇ ਲੜਾਊਂਗਾ। ਤੁਹਾਡਾ ਵਾਅਦਾ ਕਰਦਾ, ਕਾਰਾਂ ਕੂਰਾਂ 'ਤੇ ਥੋੜ੍ਹੇ ਥੋੜ੍ਹੇ ਸ਼ਹਿਰਾਂ 'ਤੇ ਸਿਰਫ ਅਸੀਂ ਵੱਧ ਤੋਂ ਵੱਧ 2.5 ਲੱਖ ਰੁਪਏ ਖਰਚ ਕਰਾਂਗੇ। ਇਸ ਤੋਂ ਬਾਅਦ ਇੱਕ ਦੀਵਾਨੀ ਨਹੀਂ ਖਰਚ ਕਰਦੇ। ਪਹਿਲਾਂ ਚਰਚਾ ਵੀ ਛਿੜ ਗਈ ਸੀ ਕਿ ਦੁੱਲੂ ਸਿੰਘ ਮਾਨਸਾ ਤੋਂ ਲੜਨਗੇ ਚੋਣ, ਸਿੱਧੂ ਮੂਸੇਵਾਲਾ ਆਇਆ ਤੇ ਬਾਅਦ ਵਿੱਚ ਪਿੱਛੇ ਹਟ ਗਏ। ਨਹੀਂ, ਉਹ ਮੇਰਾ ਯਾਰ ਪੋਤਿਆਂ ਦਾ ਹਾਣ ਦਾ, ਭਲਾ ਮੈਂ ਕੀ ਪਿੱਛੇ ਹਟਣੇ ਗੱਲ ਹੈ? ਮੈਂ ਬੁੜਾ ਹੋ ਰਿਹਾ, ਕੋਈ ਗੱਲ ਨਹੀਂ ਹੈਗੀ। ਕੋਈ ਆਪਾਂ ਨੂੰ, ਮੈਂ ਕਿਸੇ ਕੈਂਡੀਡੇਟ ਦੇ ਖਿਲਾਫ ਨਹੀਂ ਬੋਲੂੰਗਾ। ਉਹ ਸਾਡੇ ਕੋਈ ਕਿਸੇ ਪਾਰਟੀ ਦਾ, ਉਹ ਸਾਡੇ ਇਲਾਕੇ ਦੇ ਹਰਮਨ ਪਿਆਰੇ ਲੋਕ ਨੇ। ਜਿੰਨਾ ਮੈਨੂੰ ਮੇਰਾ ਆਪਦਾ ਕੈਂਡੀਡੇਟ ਪਿਆਰਾ ਹੈ,
ਉਹ ਮੇਰੇ ਸਾਡਾ ਸਤਿ ਸ੍ਰੀ ਅਕਾਲ ਦਾ ਸੀਰਾ ਸੀ, ਉਹ ਨਹੀਂ ਕਮਾਵਾਂਗੇ ਸਿਆਸੀ ਪਾਰਟੀਆਂ ਨਹੀਂ ਖਿਲਾਫ ਸਿਆਸੀ ਵਾਪ ਹੁੰਦੇ ਨੇ। ਨਹੀਂ ਬਿਲਕੁਲ ਮੇਰਾ ਰੌਲਾ ਪਾਰਟੀਆਂ ਨਾਲ ਹੈ। ਮੈਂ ਪਾਰਟੀਆਂ ਦਾ ਵਿਰੋਧ ਕਰਦਾ, ਮੈਂ ਕੈਂਡੀਡੇਟਾਂ ਨੂੰ ਨਹੀਂ ਮਾੜਾ ਕਹਿੰਦਾ, ਨਾ ਮੈਂ ਕਹਿਣਾ ਨਾ ਕਹਾ, ਨਾ ਪਹਿਲਾਂ ਕਿਹਾ ਨਾ ਹੁਣ ਕਹਾ, ਨਾ ਪਹਿਲਾਂ ਮੈਂ ਕਿਸੇ ਮੂਸੇ ਨੂੰ ਮਾੜਾ ਕਿਹਾ, ਨਾ ਮੈਂ ਦੂਜੇ ਨੂੰ ਕਿਸੇ ਨੂੰ ਮਾੜਾ ਕਿਹਾ। ਮੇਰਾ ਇਹ ਸੁਭਾਅ ਹੈ ਇੱਕ, ਉਹ ਸਾਡੇ ਇਲਾਕੇ ਦੇ ਲੋਕ ਨੇ। ਅਕਾਲੀ ਦਲ ਤੇ ਕਾਂਗਰਸ ਚੰਗੀ ਹੈ ਫਿਰ? ਨਹੀਂ ਚੰਗੇ, ਬਹੁਤ ਮਾੜੀਆਂ ਪਾਰਟੀਆਂ ਨੇ, ਉਮੀਦਵਾਰ ਚੰਗੇ ਨੇ। ਮੈਂ ਉਹ ਕਹਿਦਾ ਪੰਤਵੰਤੇ ਸੱਜਣ ਨੇ, ਮੇਰੀ ਗੱਲ ਸੁਣੋ, ਉਹ ਪੰਤਵੰਤੇ ਸੱਜਣ ਨੇ ਸਾਡੇ, ਮੇਰਾ ਜਿਵੇਂ ਉਹ ਸਾਰੇ ਪੰਤਵੰਤੇ ਸੱਜਣ ਨੇ, ਪਰ ਕੀ ਕਾਂਗਰਸ ਨੂੰ ਪਾਰਟੀਆਂ ਵੀ ਲੋਕਾਂ ਨਾਲ ਹੁੰਦੀਆਂ ਨਾ। ਕੀ ਕਾਂਗਰਸ ਨੂੰ ਵੋਟ ਪਾਵਾਂਗੇ ਜਿਹਨੇ ਅੰਮ੍ਰਿਤਸਰ ਤੇ ਅਟੈਕ ਕਰਿਆ? ਕੀ ਬਾਦਲ ਨੂੰ ਵੋਟ ਪਾਵਾਂਗੇ ਜਿਹਨੇ ਮਤਲਬ ਦੋ ਨੌਜਵਾਨ ਭਾਜਨ ਕਰਦਿਆਂ ਤੇ ਗੋਲੀ ਚਲਾਤੀ ਵੀ ਤੁਸੀਂ ਬੇਅਬਦੀ ਦੇ ਚੱਕਰ ਦੇ ਵਿੱਚ, ਉਹਨੂੰ ਵੋਟ ਪਾਵਾਂਗੇ? ਕੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ ਜਿਹਨੇ ਦੇਸ਼ ਵੇਚਤਾ, ਜਿਹੜੀ ਫਿਰਕਾ ਪ੍ਰਸਤ ਪਾਰਟੀ ਹੈ, ਸਿੱਖਾਂ ਦੇ ਖਿਲਾਫ ਹੈ, ਮੁਸਲਮਾਨਾਂ ਦੇ ਖਿਲਾਫ ਹੈ, ਘੱਟ ਗਿਣਤੀਆਂ ਦੇ ਖਿਲਾਫ ਹੈ, ਉਹਨੂੰ ਵੋਟ ਪਾਵਾਂਗੇ? ਕੀ ਅਸੀਂ ਆਮ ਪਾਰਟੀ ਨੂੰ ਵੋਟ ਪਾਵਾਂਗੇ ਜਿਹੜੀ ਬੀ ਟੀਮ ਹੈ ਮਤਲਬ ਮੋਦੀ ਦੀ, ਜਿਹੜਾ ਮਤਲਬ ਉਦੋਂ ਵੀ ਖਤਰਨਾਕ ਹੈ, ਜਿਹੜਾ ਇੱਥੇ ਮਤਲਬ ਯਾਤਰਾ ਕੱਢਦਾ ਹੈਗਾ ਮਤਲਬ ਤਿਰੰਗੇ ਦੀ, ਕੀ ਖਤਰਾ? ਸ਼ਾਂਤੀ ਮਾਰਚ। ਸ਼ਾਂਤੀ ਮਾਰਚ ਕਾਹਨੂੰ ਹੈ? ਇੱਕ ਵਾਰ ਦੂਜੇ ਪਾਸੇ ਲੈ ਜਾਣੀ ਆ ਗੱਲ, ਉਹਨੂੰ ਪਾਵਾਂਗੇ? ਜਿਹੜਾ ਆਪਦੇ 20 MLA ਨਹੀਂ ਰੱਖ ਸਕਿਆ, ਜਿਹੜਾ ਆਪਦੇ 4 MP ਨਹੀਂ ਰੱਖ ਸਕਿਆ, ਜਿਹੜਾ ਮਤਲਬ 50 ਲੀਡਰ ਸੀਨੀਅਰ ਲੀਡਰ ਵਧੀਆ ਪੰਜਾਬ ਦੇ ਪੰਤਵੰਤੇ ਸੱਜਣ, ਉਹ ਛੱਡ ਕੇ ਭੱਜ ਗਏ। ਇਹਨਾਂ ਨੂੰ ਕੀ ਪਿਆ ਇੱਥੇ ਬਈ? ਪਿਆ ਤਾਂ ਪਿਆ ਸਮਾਜ ਮੋਰਚੇ ਨੂੰ ਪਿਆ ਮਤਲਬ, ਠੀਕ ਹੈ ਨਾ? ਜਿਹੜੇ ਇੱਕ ਮਣਕੇ 'ਚ ਪਰੋਏ ਹੋਏ ਆ, ਇੱਕ ਭੋਰਾ ਪਾਸੇ ਨਹੀਂ ਜਾਂਦੇ, ਇਸ ਗੱਲ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਪਾਰਟੀਆਂ ਮਾੜੀਆਂ ਨੇ, ਉਮੀਦਵਾਰ ਚੰਗੇ ਨੇ? ਦੇਖੋ ਮੇਰੇ ਇਲਾਕੇ ਦੇ ਲੋਕ ਨੇ, ਮੇਰੀ ਗੱਲ ਸੁਣੋ, ਇਲਾਕੇ ਦੇਖੋ ਮੈਂ ਇੱਕ ਗੱਲ ਕਹਿਣਾ ਨਾ, 3 ਗਵਾਂਢੀਆਂ ਨਾਲ ਕਦੀ ਵੀ ਨਾ ਵਿਗੜੋ, ਇੱਧਰ ਤੇ ਇੱਧਰ ਤੇ ਮੂਰਲਾ। ਜੇ ਵਕਤ ਪੈ ਗਿਆ ਹੁਣ ਇੱਧਰ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਮੂਰਲਾ, ਜੇ ਵਕਤ ਪੈ ਗਿਆ ਉਹਨੂੰ ਹੈ। ਜੇ ਮੇਰੇ ਤੇ ਕੋਈ ਵਕਤ ਪਊਗਾ, ਮੇਰੇ ਪੰਤਵੰਤੇ ਲੋਕ ਨੇ, ਮੈਨੂੰ ਤਾਂ ਉਹੀ ਆਉਣਗੇ ਮੇਰੇ ਵਕਤ ਦੇ ਵੇਲੇ ਵੀ ਰੂਦੂ ਸਿੰਘ ਤੇ ਵਕਤ ਪੈ ਗਿਆ, ਕਿ ਮੈਂ ਕਿਉਂ? ਸਾਡਾ ਨਿੱਜੀ ਉਹਨਾਂ ਨਾਲ ਕੀ ਰੌਲਾ? ਸਾਡਾ ਰੌਲਾ ਹੈ ਪਾਰਟੀਆਂ ਨਾਲ। ਉਹ ਪਾਰਟੀਆਂ ਪੂੰਜੀਵਾਦ ਦੀਆਂ, ਸਾਮਰਾਜਵਾਦ ਦੀਆਂ, ਉਹ ਪਾਰਟੀਆਂ ਸਾਰੀਆਂ, ਸਾਡਾ ਸਮਾਜਵਾਦ ਹੈ। ਅਸੀਂ ਸਮਾਜਵਾਦ ਨੂੰ ਅਰਪਿਤ ਹੋਏ ਲੋਕ ਹਾਂ, ਇਹ ਗੱਲ ਹੈ ਮੇਰੀ। ਇੱਕ ਹੋਰ ਵੀ ਚਰਚਾ ਛਿੜਦੀ ਹੈ ਕਿ ਲੱਖੇ ਸੁਧਾਰਨੀ ਨੂੰ ਟਿਕਟ ਦੇ ਦਿੱਤੀ ਗਈ ਹੈ ਸੰਯੁਕਤ ਸਮਾਜ ਮੋਰਚੇ ਵੱਲੋਂ। ਉਸ ਤੋਂ ਪਹਿਲਾਂ ਵੀ ਲੱਖਾ ਆਪਦਾ ਪ੍ਰਚਾਰ ਕਰ ਰਿਹਾ ਸੀ, ਸਹੀ ਕੀਤਾ ਕਿ ਗਲਤ ਕੀਤਾ? ਸਹੀ। ਦੇਖੋ ਉੱਥੇ ਲੱਖਾ ਸਾਡੇ ਜਿੰਨਾ ਚਿਰ ਅਸੀਂ ਨੇ ਉਹਨੇ ਚਿਰ ਲੱਖਾ ਰਿਹਾ, ਉੱਥੇ ਸਾਡੇ ਲੱਖ ਮਤਭੇਦ ਨੇ ਯਾਰ, ਜੰਗ ਦੇ ਵਿੱਚ ਬਹੁਤ ਕੁਝ ਚੱਲਦਾ ਹੁੰਦਾ, ਠੀਕ ਹੈ ਨਾ ਗੱਲ? ਉਹ ਗੱਲਾਂ ਅਸੀਂ ਉਦੋਂ ਹੀ ਪਿੱਛੇ ਕਰਤੇ ਤੇ ਅੱਜ ਵੀ ਪਿੱਛੇ ਕਰੀਆਂ। ਉਹ ਬਹੁਤ ਵਧੀਆ ਸਾਡੇ ਸਮਾਜ ਮੋਰਚੇ ਦੀ ਸੋਚਿਆ। ਸਭ ਤੋਂ ਪਹਿਲਾਂ ਮੈਂ ਕਹਿਤਾ ਸੀਗਾ ਵੀ ਭਾਈ ਇੱਥੇ ਲੱਖਾ ਲੜੂਗਾ, ਜੇ ਲੱਖਾ ਸਾਥੋਂ ਟਿਕਟ ਲੈਣ ਵੀ ਨਹੀਂ ਆਉਂਦਾ ਅਸੀਂ ਉੱਥੇ ਬੰਦਾ ਖੜਾ ਨਹੀਂ ਕਰਦੇ। ਮੈਂ ਉੱਥੇ ਕਹਿਤਾ ਸੀ ਮੈਂ ਕਰਨਾ ਨਹੀਂ ਆਪਾਂ ਨੇ। ਫਿਰ ਮੈਂ ਇੱਕ ਨਾਲ ਹੀ ਕਹਿਤਾ ਸੀ ਭਾਈ ਜੇ ਉਹ ਮੰਗੂ ਟਿਕਟ ਅਸੀਂ ਦੇਵਾਂਗੇ, ਉਹਨੇ ਅਰਜ਼ੀ ਦੇਤੀ, ਅਸੀਂ ਉਹ ਟਿਕਟ ਦੇ ਦਿੱਤੀ। ਫਿਰ ਜਿਹੜੇ ਜਥੇਬੰਦੀਆਂ ਨੇ ਕਿਹਾ ਸੀ ਕਿ ਲੱਖਾ ਗੱਦਾਰ ਹੈ, ਫਿਰ ਉਹਨਾਂ ਨੂੰ ਕੀ ਕਹੋਗੇ? ਤੁਸੀਂ ਪੁਰਾਣੀਆਂ ਗੱਲਾਂ ਕਿਉਂ ਛੇੜਦੇ ਹੋ? ਗਾਉਂਦਿਆਂ ਦੇ ਮਤਲਬ ਕਹਿੰਦੇ ਨੇ ਮਿਹਣੇ ਸਿੱਠਣੀਆਂ ਜਿਹੜੀਆਂ ਕੁਝ ਕਹਿੰਦੇ ਨੇ, ਬਸ ਇਹ ਚੱਕਰ 'ਚ ਕਿਉਂ ਪੈਂਦੇ ਹੋ? ਹੁਣ ਸਾਡਾ ਵਧੀਆ ਚੱਲ ਰਿਹਾ ਹੈਗਾ, ਉਹਦੇ ਚੰਗਾ। ਮੈਂ ਕੱਲ ਬੋਲ ਕੇ ਆਇਆ, 1-2 ਪਿੰਡਾਂ 'ਚ ਮੈਂ ਗਿਆ, ਜਾ ਕੇ ਆਇਆ। ਉਹ ਜਾਂ ਮੇਰੀ ਗੱਲ ਸੁਣੋ, ਜਿਹੜੀਆਂ ਵਿਰੋਧੀ ਪਾਰਟੀਆਂ, ਕੈਪਟਨ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨੇੜੇ ਨਹੀਂ ਜਾਂਦਾ ਸੀਗਾ, ਉਹ 'ਚ ਜਾਣ ਵਾਲੇ ਉਹਦੇ ਤੁਸੀਂ ਸਵਾਲ ਨਹੀਂ ਕਰਦੇ। ਮੇਰੀ ਗੱਲ ਸੁਣੋ, ਇਹ ਸਵਾਲ ਮੇਰੀ ਗੱਲ ਤਾਂ ਸੁਣੋ। ਜਿਹੜਾ ਜਗਮੀਤ ਬਰਾੜ ਅਕਾਲੀ ਦਲ ਨੂੰ ਕੋਸ ਕੇ ਗਾਲਾਂ ਦਿੰਦਾ ਜੀ, ਮਤਲਬ ਪਾਣੀ ਪੀਂਦਾ ਘੁੱਟ ਤੇ 20 ਗਾਲਾਂ ਕੱਢਦਾ ਜੀ ਬਾਦ, ਉਹ 'ਚ ਰੱਗ ਉਹਨੂੰ ਤੁਸੀਂ ਕਿਸੇ ਨਹੀਂ ਕਹਿੰਦੇ। ਜੇ ਲੱਖਾ ਸਾਡੇ ਨਾਲ ਸੰਘਰਸ਼ 'ਚ ਰਿਹਾ, ਲੱਖੇ ਨੇ ਮੋਢੇ ਨਾਲ ਮੋਢਾ ਲਾਇਆ ਸਾਡੇ ਨਾਲ, ਫਿਰ ਤੁਸੀਂ ਲੱਖੇ ਬਾਰੇ ਕਿਉਂ ਇਤਰਾਜ਼ ਕਰਦੇ ਹੋ? ਉਹਨਾਂ ਬਾਰੇ ਕਿਉਂ ਨਹੀਂ ਇਤਰਾਜ਼ ਕਰਦੇ? ਦੀਪ ਸਿੱਧੂ ਬਾਰੇ ਕੀ ਕਹਿਣਾ ਚਾਹੀਦਾ? ਕਿਵੇਂ ਨਹੀਂ? ਮੈਂ ਕਹਿਣਾ ਕੁਝ ਨਹੀਂ ਕਹਿਣਾ। ਕੱਲ ਨੂੰ ਦੀਪ ਸਿੱਧੂ ਟਿਕਟ ਮੰਗਣ ਆ ਗਿਆ? ਨਹੀਂ ਕੁਛ ਨਹੀਂ ਕਹਿਣਾ, ਮੈਂ ਕੁਛ ਨਹੀਂ ਕਹਿਣਾ। ਉਹ ਸੋਚੂਗਾ ਜਦੋਂ ਮੈਥੋਂ ਪੁੱਛਣਗੇ, ਰਾਏ ਪੁੱਛਣਗੇ, ਦੱਸੂਗਾ ਕੀ ਕਹਿਣਾ। ਅੱਛਾ ਤੁਸੀਂ ਮੈਂ ਹੁਣੇ ਪਹਿਲਾਂ ਜ਼ਿਕਰ ਕਰ ਰਿਹਾ ਸੀ ਵਿਚਾਰ ਛੱਡ ਦਿੰਦੇ ਹੋ, ਨਾ ਇੱਧਰ ਲਾਉਂਦੇ ਨਾ ਇੱਧਰ ਲਾਉਂਦੇ ਹੋ। ਨਹੀਂ ਬਿਲਕੁਲ ਛੱਡਦਾ ਵਿਚਾਲੇ। ਰੂਦੂ ਸਿੰਘ ਤਾਂ ਫਿਰ ਇੱਕ ਸੰਘਰਸ਼ ਰੇ ਲਾਇਆ। ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇਹ ਕਿਹਾ ਆਪਦੇ ਬੱਚਿਆਂ ਨੂੰ, ਕੋਈ ਮੇਰੇ ਮਿੱਤਰ ਨੇ, ਦੋਸਤ ਨੇ ਜਾਂ ਗੱਲ, ਵੀ ਜਿਹੜਾ ਕੰਮ ਤੁਸੀਂ ਜ਼ਿੰਦਗੀ 'ਚ ਕਰਨਾ 100% ਕਰੋ, 99% ਕਰੋ ਹੀ ਨਾ ਜਿਹੜੇ ਪਾਸੇ ਜਾਣਾ। ਜੇ ਹੁਣ ਇਲੈਕਸ਼ਨ 'ਚ ਲੱਗਿਆ ਹੋਇਆ 100% ਕੰਮ ਕਰੂੰਗਾ। ਉਗਰਾਹਾਂ ਸਾਹਿਬ ਦੇ ਜੋ ਕਾਡਰ ਹੈ ਤੁਹਾਨੂੰ ਵੋਟ ਪਾ ਦੂਗਾ? ਹਾਂ, ਅੰਦਰ ਖਾਤੇ ਗੱਲ ਹੋਈ ਹੈ? ਮੈਂ ਕਹਿੰਦਾ ਜਮਾ ਸਾਨੂੰ ਪਾਊਗਾ। ਸਾਡੇ ਦਿਲ ਦੇ ਟੁਕੜੇ ਨੇ ਉਹ, ਯਾਰ ਕਮਾਲ ਦੀ ਗੱਲ ਹੈਗੀ, ਸਾਨੂੰ ਪਾਉਣਗੇ। ਮੈਂ ਕਹਿੰਦਾ ਸੁਰਜੀਤ ਸਿੰਘ ਫੂਲ ਜੋ ਕਹਿੰਦੇ ਨੇ ਉਹ ਤਾਂ ਬਾਈਕਾਟ ਕਰੂਗਾ। ਮੈਨੂੰ ਉਹ ਬਾਈਕਾਟ ਕਰੇ, ਮੈਨੂੰ ਕੋਈ ਇਤਰਾਜ਼ ਨਹੀਂ। ਦੁਸ਼ਮਣ ਨੂੰ ਵੋਟ ਨਾ ਕੋਈ ਪਾ ਕੇ ਆਵੇ। ਸੁਰਜੀਤ ਬਾਈਕਾਟ ਕਰੇ, ਮੈਂ ਉਹਨੂੰ ਵਧਾਈ ਦੇਣਾ। ਕੋਈ ਕਰਨਾ ਹੱਕ ਬਣਦਾ, ਮੁਲਕ ਅਧਿਕਾਰਾ ਕਰੇ। ਪਰ ਜਦੋਂ ਬਟਨ ਦੱਬਣ ਜਾਣਾ, ਕਿਹਦਾ ਦੱਬਣਾ? ਉਦੋਂ ਮਿੱਤਰਾਂ ਦਾ ਦੱਬਣਾ, ਦੂਜਿਆਂ ਦਾ ਨਹੀਂ ਦੱਬਣਾ। ਤੇ ਉਗਰਾਹਾਂ ਸਾਹਿਬ ਨਾਲ ਕੋਈ ਗੱਲਬਾਤ ਹੋਈ ਅੰਦਰ ਖਾਤੇ ਵੀ ਤੁਹਾਡਾ ਕਾਡਰ ਸਾਨੂੰ ਵੋਟਾਂ ਪਾ ਦੇ? ਜ਼ਰੂਰੀ ਹੈ ਮੈਂ ਦੱਸਾਂ ਪਹਿਲਾਂ ਮੇਰੀ ਗੱਲਬਾਤ ਹੋਈ ਆ ਨਾ ਹੋਈ ਹੈ? ਗੱਲਾਂ ਬਾਤਾਂ ਅਸੀਂ ਸਾਰੀ ਉਮਰ ਮੀਟਿੰਗਾਂ ਕਰਦਿਆਂ ਨੇ ਲੰਘਾ ਲਈਆਂ,
ਸਾਰਿਆਂ ਨੇ ਇਕੱਠਿਆਂ ਨੇ ਜੇਲ੍ਹਾਂ ਕੱਟ ਲੀਆਂ, ਸਾਰਿਆਂ ਨੇ ਇਕੱਠਿਆਂ ਨੇ ਸੰਘਰਸ਼ ਕਰ ਲਏ, ਸਾਰਿਆਂ ਨੇ ਇਕੱਠੇ ਧਰਨਿਆਂ 'ਚ ਬਹਿ ਗਏ। ਇਹ ਜ਼ਰੂਰੀ ਹੈ ਦੱਸਣਾ ਵੀ ਮੈਨੂੰ ਮਤਲਬ ਮੇਰੀ ਗੱਲਬਾਤ ਹੋਈ ਹੈ ਜਾਂ ਨਾ ਹੋਈ ਹੈ? ਤਾਂ ਕੋਈ ਗੱਲ ਨਹੀਂ। ਅੱਛਾ ਜੀ, ਕੱਲ ਨੂੰ ਜੇ ਜੋਗਿੰਦਰ ਨੂੰ ਪੁੱਛ ਲਓ ਮਾੜਾ ਜਿਹਾ ਵੀ ਕੋਈ ਪ੍ਰਧਾਨ ਨਾਲ ਗੱਲਬਾਤ ਹੋਈ ਹੈ ਕਿ ਨਾ ਹੋਈ ਹੈ, ਉਹਨੂੰ ਹੀ ਪੁੱਛ ਸਕਦੇ ਹੋ। ਨਹੀਂ, ਉਹ ਤਾਂ ਕਹਿੰਦੇ ਨੇ ਵੀ ਠੀਕ ਹੈ, ਵੀ ਸਭ ਦਾ ਅਧਿਕਾਰ ਹੈ। ਜੋਗਿੰਦਰ ਗਰਾਹਾਂ ਕਹਿੰਦੇ ਨੇ ਅਧਿਕਾਰ ਹੈ ਨਹੀਂ, ਜੀ, ਸਿਆਣੇ ਲੀਡਰ ਚਲੇ ਗਏ ਨੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਉਹ ਘੁੰਮ ਕੇ ਇਹਨਾਂ ਨੇ ਸਾਡੇ ਕੋਲ ਹੀ ਆਉਣਾ, ਰਸਤਾ ਇੱਕੋ ਹੀ ਆ ਸੜਕਾਂ ਤੇ ਜਾ ਕੇ। ਉਹ ਤਾਂ ਇਹੀ ਕਹਿੰਦੇ ਨੇ। ਹਾਂ ਠੀਕ ਹੈ, ਸੜਕਾਂ ਦਾ ਵੀ ਉਹ ਵੀ ਮੈਂ ਤਾਂ ਤਿੰਨੇ ਚੀਜ਼ਾਂ ਠੀਕ ਮੰਨ ਲਿਆ, ਮੈਂ ਇਹਨਾਂ ਦਾ ਕੋਈ ਟਿੱਕਾ ਨਹੀਂ। ਸੜਕਾਂ ਤੇ ਵੀ ਨਾਲ ਹੀ ਰਹਾਂਗੇ ਉਹਨਾਂ ਕਿਤੇ ਨੇ। ਅੱਜ ਕੋਈ ਸਰਕਾਰ ਉਹਨਾਂ ਤੇ ਹਮਲਾ ਕਰੇ, ਵਿਚਾਲੇ ਛੱਡ ਕੇ ਜਾਊਂ ਇਲੈਕਸ਼ਨ। ਉਹ 31 ਤਰੀਕ ਨੂੰ ਮਨਾ ਰਹੇ ਦਿਨ ਮੇਰੇ ਦਿਮਾਗ 'ਚੋਂ ਨਿਕਲ ਗਿਆ, ਉਹਨੂੰ ਕੀ ਕਿਹਾ ਹੈਗਾ, ਮੁੱਦੇ ਪੁੱਤਰ ਨੇ ਮੇਰੇ ਨਿਕਲ ਗਿਆ ਮੇਰੇ ਦਿਮਾਗ 'ਚੋਂ ਵੀ ਉਹ ਮਨਾ ਰਹੇ ਨੇ। ਉਹਨਾਂ ਦੇ ਕੋਈ ਸਰਕਾਰ ਹਮਲਾ ਕਰਦੀ ਆ, ਪ੍ਰਸ਼ਾਸਨ ਹਮਲਾ ਕਰਦਾ, ਵੋਟਾਂ ਵਿਚਾਲੇ ਛੱਡ ਦਾਂਗੇ, ਜਨਤਾ ਨਗਰ ਉੱਥੇ ਜਾ ਵੜਾਂਗੇ। 32 ਜਥੇਬੰਦੀਆਂ ਇੱਕੋਂ ਬਿਲਕੁਲ ਦਿਲ ਦੇ ਟੁਕੜੇ, ਪਰ ਸਭ ਦੇ ਰਾਹ ਅਲੱਗ ਨੇ। ਹਾਂ ਉਹ ਤਾਂ ਪਹਿਲਾਂ ਹੀ ਲੱਗੇ ਨੇ। ਫਿਰ ਝੰਡਾ ਇੱਕ ਨਾ ਬਣਾ ਲਈਏ, ਜੇ ਫਿਰ 32 ਝੰਡੇ ਬਣਾਉਣ ਦੀ ਕੀ ਲੋੜ ਹੈ? ਫਿਰ ਤਾਂ ਝੰਡੇ ਇੱਕ ਬਣਾ ਲਈਏ, ਇੱਕ ਪ੍ਰਧਾਨ ਮੰਨ ਲਈਏ। ਉਹ ਫਰਕ ਹੈ ਨਾ, ਰਸਤਿਆਂ ਦਾ ਫਰਕ ਹੈ ਡੋਡੀ, ਤਾਂ ਹੀ ਕਰਕੇ ਡੋਡੀਆਂ। ਅੱਛਾ ਚਲੋ, ਸਿਸਟਮ 'ਚ ਗਏ ਹੋ ਤੁਸੀਂ, ਕਹਿ ਰਹੇ ਹੋ ਵੀ ਵੋਟ ਐਸਐਸਐਮ ਨੂੰ ਪਵੇ ਜਾ ਕੇ, ਇਸ ਵਿੱਚ ਫੇਲ ਹੋ ਜਾਂਦੇ ਹੋ, ਫਿਰ ਕਿਹੜਾ ਰਸਤਾ ਅਪਣਾਓਗੇ? ਅਸੀਂ ਨਹੀਂ ਫੇਲ ਹੁੰਦੇ, ਲੋਕ ਫੇਲ ਹੋਣਗੇ, ਲੀਡਰ ਨਹੀਂ ਫੇਲ ਹੁੰਦੇ। ਲੋਕ ਦੇਖੋ ਮੇਰੇ ਚਲੋ, ਤੁਹਾਡੇ ਉਮੀਦਵਾਰ ਨਹੀਂ ਆਏ, ਪੂਰੀ ਮੈਜੋਰਟੀ 'ਚ ਨਹੀਂ ਆਏ, ਸਾਡੀ ਕੋਈ ਜ਼ਿੰਮੇਵਾਰੀ, ਇਹ ਜ਼ਿੰਮੇਵਾਰੀ ਲੋਕਾਂ ਦੀ ਆ। ਅਸੀਂ ਤਾਂ ਕੈਂਡੀਡੇਟ ਦੇਣੇ ਨੇ, ਲੋਕ ਹਾਰਨਗੇ, ਅਸੀਂ ਨਹੀਂ ਹਾਰਦੇ। ਵੋਟਰ ਹਾਰਨਗੇ, 90% ਲੋਕ ਹਾਰਨਗੇ, ਮਤਲਬ ਪੰਜਾਬ ਦੇ, ਜੇ ਤੁਹਾਨੂੰ ਵੋਟ ਨਾ ਦਿੱਤਾ। ਹਾਂ ਉਹ ਖੁਦ ਹਾਰਨਗੇ ਆਪ। ਅਸੀਂ ਸੰਘਰਸ਼ੀ ਲੋਕ ਹਾਂ, ਅਸੀਂ ਕਿਉਂ ਹਾਰਾਂਗੇ? ਉਹ ਹਾਰਨਗੇ, ਉਹ ਸੋਚਣ ਵੀ ਮਤਲਬ ਅਸੀਂ ਕੀ ਕਰਨਾ। ਮੈਂ ਤੁਸੀਂ ਨਹੀਂ ਹਾਰਦਾ, ਬਿਲਕੁਲ ਨਹੀਂ ਹਾਰਦਾ, ਨਾ ਰਾਜਾ ਹਾਰੇ, ਨਾ ਸਾਡੇ ਕੈਂਡੀਡੇਟ ਹਾਰਨ, ਲੋਕ ਖੁਦ ਹਾਰਨਗੇ। ਜੇ ਕੱਲ ਨੂੰ ਵਿਧਾਨ ਸਭਾ 'ਚ ਨਹੀਂ ਮੈਜੋਰਟੀ ਤੱਕ ਪਹੁੰਚ ਪਾਏ, ਫਿਰ ਕੀ ਰਸਤਾ ਅਪਣਾਓਗੇ? ਉਦੋਂ ਹੈਗਾ, ਉਹ ਚੱਲਦਾ ਕਾਇਮ ਹੈ, ਉਹ ਤਾਂ ਨਹੀਂ ਕਿਸੇ ਨੇ ਗ੍ਰਾਮ ਸਾਹਿਬ ਨੇ ਪਹਿਲਾਂ ਸੱਚ ਬੋਲਤਾ, ਹਰਿਆਣਾ ਸਾਡੇ ਕੋਲ ਹੀ ਹੈ। ਹਾਂ ਨਹੀਂ, ਕੋਈ ਕਿਸੇ ਨਾ ਮੇਰੇ ਕੋਲ ਲੜ ਸੰਘਰਸ਼ ਗਰਾਹਾਂ ਮੇਰੇ ਕੋਲ ਆਵੇ, ਨਾ ਮੈਂ ਉਹਦੇ ਕੋਲ ਜਾਵਾਂ। ਉਹ ਸਾਡੀ ਇੱਕ ਮੀਟਿੰਗਾਂ ਹੁੰਦੀਆਂ ਸਾਂਝੀਆਂ ਅਸੀਂ ਕਰਨੀਆਂ ਨੇ, ਕੋਈ ਜਾਣਾ ਕਿੱਥੇ ਹੈ? ਸੰਘਰਸ਼ ਅਸੀਂ ਬਾਹਰ ਕਿਵੇਂ ਹੋ ਜਾਗੇ? ਨਾ ਹੋਣਾ ਨਾ ਹੋਈ, ਕਿ ਜ਼ਿੰਦਗੀ ਵੀ ਨਹੀਂ ਹੁੰਦੇ ਕਦੇ। ਅਸੀਂ ਜੇ ਤੁਸੀਂ ਇੱਕ ਗੱਲ ਕਰ ਲਓ, ਬਿਹਾਰ 'ਚ CPML ਦੇ 12 MLA ਜਿੱਤੇ ਨੇ, ਚਾਰ ਦੂਜੇ ਨੇ ਮੇਰਾ ਖਿਆਲ ਹੈ। ਅੰਦਰ ਲਾਠੀਚਾਰਜ ਹੋਇਆ ਵਿਧਾਨ ਸਭਾ 'ਚ। ਤੁਸੀਂ ਸਾਨੂੰ ਉੱਥੇ ਵਕਤਾਂ ਜਾਣ ਦੇ, ਵਿਧਾਨ ਸਭਾ 'ਚ ਬਣਦਾ ਹਾਲ ਦੇਖਿਓ ਕੀ ਬਣਨਾ। ਪਰ ਪੂੰਜੀਵਾਦ ਜਾਣਦਾ ਵੀ ਜੇ ਵਿਧਾਨ ਸਭਾ 'ਚ ਵਗ ਗਏ, ਫਿਰ ਇੱਥੇ ਕੰਪਨੀਆਂ ਨਹੀਂ ਰਹਿ ਸਕਦੀਆਂ, ਕਿਸਾਨ ਤੇ ਮਜ਼ਦੂਰ ਹੀ ਰਹਿਣਗੇ, ਛੋਟੇ ਦੁਕਾਨਦਾਰ ਹੀ ਰਹਿਣਗੇ। ਆ ਜਿਹੜੇ ਵੱਡੇ ਮਾਲ ਨੇ, ਜਿਹੜੀਆਂ ਕੰਪਨੀਆਂ, ਦਬਾ ਦਾਂਗੇ ਸਾਰਿਆਂ ਨੂੰ। ਲੈ ਕੇ ਕੀ ਆਉਂਗੇ ਇਸ ਜਗ੍ਹਾ ਤੇ? ਲੈ ਕੇ ਕੀ ਆਉਂਗੇ? ਲੈ ਕੇ ਤਾਂ ਅਸੀਂ ਲੋਕਾਂ ਦੀਆਂ ਸਹੂਲਤਾਂ, ਮਤਲਬ ਪੜ੍ਹਾਈ ਫਰੀ, ਇਲਾਜ ਫਰੀ, ਠੀਕ ਹੈ। ਜਿਹੜੀ ਮੁਫਤਖੋਰੀ ਹੈ, ਮੁਫਤਖੋਰੀ ਕਿਸੇ ਨੂੰ ਕੁਛ ਨਹੀਂ ਰੋ, ਕੰਮ ਕਰਕੇ ਪੈਸੇ ਮਿਲਣਗੇ, ਮੁਫਤ ਕਿਸੇ ਨੂੰ ਕੁਛ ਨਹੀਂ ਮਿਲੂਗਾ। ਕੰਮ ਕਰ, ਤੈਨੂੰ ਤੇਰੀ ਦਿਹਾੜੀ। ਹੁਣ ਕਣਕ ਵੰਡਦੇ ਨੇ, ਐਂ ਕਣਕ ਵੰਡਣ ਦੀ ਲੋੜ ਹੈ? ਮਤਲਬ ਨਰੇਗਾ ਰਾਹੀਂ ਦਿਹਾੜੀ ਦੇ ਦੇਣ, ਰੋਜ਼ਾਨਾ ਕੰਮ ਚਲਾ ਦੇਣ, ਲੈ ਭਾਈ ਆਹ ਕੰਮ ਕਰ, ਆਹ ਕੰਮ ਕਰਕੇ ਆਪਣੀ ਕਣਕ ਵੀ ਲੈ ਜਾ। ਦੇਸ਼ ਨੂੰ ਕੰਗਾਲ ਕਰਨਾ ਮੁਕਤ ਦੇ ਕੇ, ਕੋਈ ਚੀਜ਼ ਵੀ ਦਿੰਦੇ ਆ। ਹੁਣ ਮੋਟਰਾਂ ਕਿਸਾਨਾਂ ਨੂੰ ਮੁਕਤ ਦਿੱਤੀਆਂ, ਮੈਂ ਕੋਈ ਚੰਗਾ ਨਹੀਂ ਇਸ ਗੱਲ ਤੋਂ। 25 ਪਾਵਰ ਦੀਆਂ ਮੋਟਰਾਂ ਨਹਿਰ ਦੀਆਂ ਜੜ੍ਹਾਂ 'ਚ ਕਿਉਂ ਨਹੀਂ ਲਾਈਆਂ? ਜਿਹਨੇ ਖੇਤ 'ਚ ਲਵਾਉਣੀ ਪੈਸੇ ਨਾਲ ਲਵਾ ਦੀ। ਮੇਰੀ ਗੱਲ ਸਮਝ ਗਏ? ਜਿਹਨੇ ਲਵਾਉਣੀ ਹੈ, ਪਾਣੀ ਵੀ ਜਾਈ ਜਾਂਦਾ ਤੇ ਉਹ ਵੀ ਸਾਰਾ ਕੁਝ ਖਤਮ ਹੋਈ ਜਾਂਦਾ ਹੈਗਾ। ਦੁੱਧੂ ਸਿੰਘ ਮਾਨਸਾ ਹੁਣ ਸਿਆਸਤ ਦੇ ਵਿੱਚ ਆਏ ਨੇ, SSM ਵਿੱਚ। ਪਹਿਲਾਂ ਕਿਹਨੂੰ ਸਪੋਰਟ ਕਰਦੇ ਸੀ? ਇਸ ਤੋਂ ਪਹਿਲਾਂ ਕਿਹੜੀ ਪਾਰਟੀ? ਪਹਿਲਾਂ ਮੈਂ CPML, ਮਤਲਬ ਮੇਰਾ ਬੇਟੇ ਨੇ 2 ਵਾਰ ਇਲੈਕਸ਼ਨ ਲੜੀ ਆ ਬਾਕੀ ਦੇ, ਉਹਨੂੰ ਕਰਦੇ। ਹੁਣ CPM ਦੇ ਨਾਲ ਹੋਗੇ? ਛੱਡ CPML ਨਹੀਂ, ਉਹ ਆਪਦੇ ਹਿਸਾਬ ਤੇ ਇਲੈਕਸ਼ਨ ਲੜ ਰਹੇ ਨੇ। ਮੈਂ ਆਪਦੇ ਪੰਜਾਬ ਕਿਸਾਨ ਯੂਨੀਅਨ, ਕੋਈ ਸਾਡਾ ਤਰਾਜ ਨਹੀਂ, ਉਹਨੇ ਕਹਿੰਦਾ ਵੀ ਲੜ ਲਓ ਸਾਡੇ। ਕਹਿਤਾ ਉਹਨਾਂ ਨੇ? ਹਾਂ। ਅੱਛਾ, ਹੋਰ ਇੱਕ ਚਰਚਾ ਛਿੜਦੀ ਹੈ ਕਿ ਜਿਵੇਂ SSM ਬਣਿਆ, ਉਸ ਤੋਂ ਬਾਅਦ ਟਿਕਟਾਂ ਵੰਡੀਆਂ ਗਈਆਂ, ਫਿਰ ਉਸ ਟਿਕਟਾਂ ਦੇ ਵੰਡ ਵਿੱਚ ਉਹ ਵੀ ਲੋਕ ਨੇ ਜੋ ਬਾਕੀ ਸਿਆਸੀ ਪਾਰਟੀਆਂ ਤੋਂ ਆਏ ਨੇ। ਦੇਖੋ, ਜਦੋਂ ਟਿਕਟਾਂ ਬਣਦੀਆਂ, ਇੱਕ ਮੈਂ ਪਹਿਲਾਂ ਵੀ ਇੰਟਰਵਿਊ 'ਚ ਕਹਿਤਾ ਸੀ ਵੀ ਜਿਹੜਾ ਬੰਦੇ ਨੇ ਕਿਸੇ ਪਾਰਟੀ ਦਾ 5 ਸਾਲ ਰਹਿ ਕੇ ਮਤਲਬ ਹਲਕਾ ਚਾਰਜ ਰਿਹਾ, ਉਹਨੂੰ ਪਾਸੇ ਧੱਕਤਾ। ਉਹ ਤਾਂ ਇੱਕ ਬੰਦਾ ਬਣਿਆ ਬੰਦਾ ਮਿਲ ਗਿਆ ਨਾ ਸਾਨੂੰ। ਜੇ ਸਾਡਾ ਵਰਕਰ ਉੱਥੇ ਨਹੀਂ ਹੈਗਾ ਕੋਈ ਕਾਮਯਾਬ ਲੜਨ ਦੇ, ਅਸੀਂ ਉਹਨੂੰ ਦੇ ਦਿੱਤਾ। ਮੇਰੀ ਗੱਲ, ਅਸੀਂ ਮੇਰਾ ਖਿਆਲ ਮੇਰੇ ਸਾਹਮਣੇ ਤਾਂ ਮੈਨੂੰ ਦਿਖਿਆ ਨਹੀਂ ਕਿਸੇ MLA ਨੂੰ ਟਿਕਟ ਦਿੱਤੀ ਹੋਵੇ, ਕਿਸੇ ਦੂਜੀ ਪਾਰਟੀ ਦੇ ਨੂੰ, ਕੋਈ ਵੱਡੇ ਨੂੰ ਕਿਸੇ ਟਿਕਟ, ਮੇਰੇ ਹਿਸਾਬ 'ਚ ਕੋਈ ਅਜੇ ਕਰਾਇਆ। ਅੱਛਾ, ਜੇ ਤੁਸੀਂ ਚਲੇ ਜਾਂਦੇ ਵਿਧਾਨ ਸਭਾ ਦੇ ਵਿੱਚ, ਮੈਜੋਰਟੀ ਵਿੱਚ ਆ ਜਾਂਦੇ ਹੋ, ਜਿਹੜੇ ਕੰਮ ਪੰਜਾਬ ਦੇ ਨੇ ਜਾਂ ਹੋਰ ਬਿੱਲ ਹੈਗੇ ਨੇ, ਇਹ ਮੁੱਦੇ ਹੱਲ ਹੋ ਜਾਣਗੇ? ਹਾਂ। ਕਿਹੜੇ ਮੁੱਦਾ ਹੱਲ ਹੋਊਗਾ ਪੰਜਾਬ ਦੇ ਵਿੱਚ? ਜੇ ਪੰਜਾਬ ਦਾ ਪਹਿਲਾ ਮੁੱਦਾ ਹੱਲ ਹੈ, ਪਹਿਲਾਂ ਪੈਸੇ ਦੀ ਲੋੜ ਹੈ ਪੰਜਾਬ। ਜੇ ਤੁਸੀਂ ਪਹਿਲਾਂ ਕੇਂਦਰ ਸਰਕਾਰ ਨੇ GST ਤੇ ਦੇਣਾ। ਨਹੀਂ, ਤੁਸੀਂ ਭੁੱਲ ਜਾਓ ਗੱਲ ਨੂੰ। 4 ਚੀਜ਼ਾਂ
ਪੰਜਾਬ ਸਰਕਾਰ ਆਪਦੇ ਕੋਲੇ ਰੱਖ ਲਈ, ਬਰੇਤੀ, ਸ਼ਰਾਬ, ਕੇਬਲ, ਟਰਾਂਸਪੋਰਟ, ਪੈਸਾ ਵਾਧੂ ਹੈ। ਟਰਾਂਸਪੋਰਟ ਤਾਂ ਹੁਣ ਵੀ ਹੈਗਾ? ਨਹੀਂ ਹੈਗਾ, ਹੁਣ ਤਾਂ ਬਾਦਲਾਂ ਦਾ ਹੈ, ਹੁਣ ਤਾਂ ਕਾਂਗਰਸੀਆਂ ਦਾ ਹੈ। ਜਦੋਂ ਉਹਦੇ ਘੋੜਾ ਛਾਪਿਆ ਨਾ ਫਿਰ ਦਿੱਤਾ 5 ਰੁਪਏ ਕਹਿੰਦੇ ਨੇ ਹੈ, ਚੰਨੀ ਸਾਹਿਬ ਨੇ ਦਿੱਤਾ 5 ਰੁਪਏ ਕਰਤਾ ਸੀ। ਉਹ ਕੁਛ ਸਰਕਾਰ ਸਿੱਧਾ ਆਪ ਵੇਚੂਗੀ, 5 ਵੇਚੇ, 10 ਵੇਚੇ, ਕੁਛ ਵੇਚੇ। ਉਹ ਤਾਂ ਹੁਣ ਵੀ ਕਹਿੰਦੇ ਨੇ, ਸਿੱਧੂ ਸਾਹਿਬ ਤਾਂ ਇਹੀ ਕਹਿੰਦੇ ਨੇ। ਉਹ ਤਾਂ ਜੇ ਤੁਸੀਂ ਜਦੋਂ ਠੇਕੇ ਵਾਲਿਆਂ ਨੂੰ ਦੇਣਾ, ਕੋਈ ਉੱਥੇ ਸਸਤਾ ਨਹੀਂ ਹੁੰਦਾ, ਸਰਕਾਰ ਆਪ ਕੰਟਰੋਲ ਕਰੂਗਾ। 100 ਕਰੋੜ ਰੁਪਈਆ, ਮੇਰੀ ਗੱਲ ਤਾਂ ਸੁਣੋ, 100,000 ਕਰੋੜ ਰੁਪਈਆ ਸਿੱਧਾ ਸਰਕਾਰ ਦੇ ਖਾਤੇ ਜਾਊਗਾ। ਉਹ ਸਿੱਧੂ ਸਾਹਿਬ ਤੇ ਉਹੀ ਕਹਿ ਨਾ, ਫਿਰ ਤੁਸੀਂ ਸਿੱਧੂ ਨੂੰ ਪੁੱਛਣਾ ਚਾਹਣਾ, ਪਹਿਲਾਂ 5 ਸਾਲ ਸੀ, ਪਹਿਲਾਂ ਕਿਉਂ ਨਾ ਕਰਿਆ? 70 ਸਾਲ ਕਾਂਗਰਸ ਉਹ ਕਹਿੰਦੇ ਮੇਰੇ ਕੋਲ ਪਾਵਰ ਨਹੀਂ ਸੀ, ਕੈਪਟਨ ਸਾਹਿਬ ਕਰਨੀ ਨਹੀਂ ਕੈਪਟਨ ਨਹੀਂ ਕਰਨਾ। ਮੇਰੀ ਗੱਲ ਤੋਂ ਕੋਈ ਸਿੱਧੂ ਆ ਕੈਪਟਨ ਹੈ, ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕਿਹਾ? 70 ਸਾਲ ਕਾਂਗਰਸ ਨੇ ਰਾਜ ਕਰ ਲਿਆ ਹੈ ਪੰਜਾਬ ਦੇ ਵਿੱਚ, ਕਾਲੀਆਂ ਨੇ ਨਾਲ ਰਲ ਕੇ ਕਰ ਲਿਆ, ਦੂਜਿਆਂ ਨੇ ਕਰ ਲਿਆ, ਅਸੀਂ ਤਾਂ ਇਕੱਲਾ ਸੰਘਰਸ਼ ਹੀ ਕਰਿਆ ਨਾ। ਉਦੋਂ ਉਹਨਾਂ ਨੇ ਕਿਉਂ ਨਾ ਰੇਤਾ, ਉਹ ਰੇਤਾ ਵੇਚਦੇ ਨੇ, ਸਾਰੇ ਪੈਸੇ ਆਪਣੀਆਂ ਜੇਬਾਂ 'ਚ ਪਾਉਂਦੇ ਨੇ। ਅਸੀਂ ਜਿਹੜਾ ਇਹ ਗੱਲ ਕਹਿੰਦੇ ਵੀ ਅਸੀਂ ਉਹ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰਕੇ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਾਂਗੇ। ਜਿਹੜੀ ਚੀਜ਼ਾਂ ਤੁਸੀਂ ਚਾਰ ਕਹਿੰਦੇ ਪਏ ਹੋ, ਜੇ ਇਹੀ 32 ਜਥੇਬੰਦੀਆਂ ਇਕੱਠੀਆਂ ਹੋ ਕੇ ਚਾਰੇ ਚੀਜ਼ਾਂ ਅਲੱਗ-ਅਲੱਗ ਪਾਰਟੀ ਨੂੰ ਦਿੰਦੇ ਵੀ ਇਸ ਮੁੱਦੇ ਤੇ ਗੱਲ ਕਰੋ, ਉਹ ਜ਼ਿਆਦਾ ਵਧੀਆ ਨਹੀਂ ਹੋਣਾ ਸੀ? ਨਹੀਂ ਹੋਣਾ ਸੀ, ਮਤਲਬ ਬਿਲਕੁਲ ਨਹੀਂ ਹੋਣਾ ਸੀ। ਜੇ ਅਸੀਂ, ਮੇਰੀ ਗੱਲ, ਤੁਸੀਂ ਦਿੱਲੀ ਜਾ ਕੇ ਪ੍ਰੈਸ਼ਰ ਬਣਾ ਸਕਦੇ ਹੋ ਤੇ ਪੰਜਾਬ ਦੀ ਪਾਰਟੀ ਦੀ ਪ੍ਰੈਸ਼ਰ ਨਹੀਂ ਬਣਾ ਸਕਦੇ। ਇੱਕ ਮੇਰੀ ਗੱਲ ਤਾਂ ਸੁਣੋ, ਜਿਹੜੇ ਬੰਦੇ ਦੀ ਚੱਲਦੀ ਹੈ, ਠੀਕ ਹੈ ਨਾ, ਉਹ ਨਾ ਚਲਾਵੇ, ਉਹ ਵੀ ਮੈਨੂੰ ਕੀ ਕਹਾਂ, ਠੀਕ ਹੈ। ਜਿਹੜਾ ਇਹਦੀ ਚੱਲਦੀ ਨਹੀਂ ਉਹ ਚਲਾਉਂਦਾ, ਉਹਨੂੰ ਮੈਂ ਕੀ ਕਹਾਂ। ਅਸੀਂ ਜੇ ਸਾਡਾ ਕੰਮ ਕਲਮ ਨਾਲ ਚੱਲਦਾ, ਅਸੀਂ ਡਾਂਗ ਨਾਲ ਕਿਉਂ ਚਲਾਵਾਂਗੇ? ਸਾਡਾ ਕੰਮ ਮੋਹਰ ਨਾਲ ਲਾਉਣ ਚੱਲਦਾ ਹੈ, ਅਸੀਂ ਡਾਂਗ ਨਾਲ ਕਿਉਂ ਚਲਾਵਾਂਗੇ? ਕਿਸਾਨੀ ਅੰਦੋਲਨ ਕਿਹਦੇ ਨਾਲ ਚੱਲਿਆ ਸੀ? ਡਾਂਗ ਨਾਲ, ਮੋਹਰ ਨਾਲ ਕਿ ਕਲਮ ਨਾਲ? ਉਹ ਡਾਂਗ ਨਾਲ ਚੱਲੇ, ਉਹ ਧਰਨੇ ਨਾਲ ਚੱਲੇ, ਉਹ ਸਾਡੇ ਏਕੇ ਨਾਲ ਚੱਲਿਆ, ਉਹ ਲੋਕਾਂ ਦੀ ਮਦਦ ਨਾਲ ਚੱਲਿਆ। 90% ਲੋਕਾਂ ਨੇ ਸਾਡੇ ਨਾਲ ਯੋਗਦਾਨ ਪਾਇਆ, ਉਹਨਾਂ ਨਾਲ ਚੱਲਿਆ। ਪਰ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਕਿਉਂ ਤੱਕ ਸਾਲ ਲੋਕ ਸੜਕਾਂ 'ਤੇ ਵਹਾਏ, ਘਰਾਂ ਦਾ ਨੁਕਸਾਨ ਤਾਂ ਹੋਇਆ ਨਾ। ਅਸੀਂ ਕਹਿੰਦੇ ਕਲਮ ਨਾਲ ਚੱਲ ਜੇ, ਲੋਕਾਂ ਦਾ ਕੰਮ ਨਾ ਛਡਾਈਏ। ਕੱਲ੍ਹ ਨੂੰ ਜੇ ਬਿੱਲ ਆ ਗਏ, ਜੇ ਮੈਜੋਰਟੀ ਵਿੱਚ ਚਲੇ ਜਾਂਦੇ ਹੋ ਵਿਧਾਨ ਸਭਾ, ਬਿੱਲ ਰੱਦ ਕਰਵਾ ਲੋਗੇ? ਸਵਾਲ ਹੀ ਨਹੀਂ ਪਤਾ ਪੰਜਾਬ 'ਚ ਲਾਗੂ ਹੋ ਜਾਣਗੇ। ਨਹੀਂ, ਕੱਲ੍ਹ ਨੂੰ ਹੋਰ ਕੋਈ ਬਿੱਲ ਆ ਜਾਂਦੇ ਨੇ, ਅਸੀਂ ਵਿਰੋਧ ਕਰਾਂਗੇ ਉਹਦਾ। ਜੇ ਵਿਧਾਨ ਸਭਾ ਜਾਵਾਂਗੇ, ਵਿਧਾਨ ਸਭਾ ਰਾਹੀਂ ਕਰਾਂਗੇ। ਵੀ ਕੈਪਟਨ ਨੇ ਕਹਿੰਦੇ ਪਾਣੀ ਕੋਈ ਹੈ ਨਹੀਂ, ਹਰਿਆਣੇ ਨੂੰ ਕਹਿੰਦੇ ਨਾ ਕਿ ਚੱਲੀ ਗਿਆ ਜੀ ਕੰਮ, ਜੇ ਆਪਾਂ ਗੱਲ ਕਰ ਲਈਏ। ਪਰ ਮੇਰੀ ਗੱਲ ਮੋੜ ਉਹੀ ਘੁਮਾਉਣਗੇ ਹੁਣ, ਜੇ ਉਹਨਾਂ ਨੇ ਕੱਟ ਕੇ ਵੀ ਰੂਦੂ ਨੇ ਆਹ ਗੱਲ ਕਹੀ ਵੀ ਮਤਲਬ ਜੋ ਕੁਛ ਆਪਦੀ ਤਾਕਤ ਹੈ, ਤਾਕਤ ਨੂੰ ਵਰਤਣੀ ਚਾਹੀਦੀ ਹੈ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜੇ ਤੁਸੀਂ ਹੁਣ ਸਿਆਸਤ ਵਿੱਚ ਆ ਗਏ ਹੋ, ਕਈ ਕਿਸਾਨ ਜੋ ਹੁਣ ਪਿੰਡਾਂ ਵਿੱਚ ਹੈਗੇ ਨੇ, ਮੈਂ ਖੁਦ ਗੱਲਬਾਤ ਕਰਕੇ ਆਇਆ ਕਿ ਉਹ ਜੋ ਸੋਚਦੇ ਸੀ ਕਿਸਾਨੀ ਅੰਦੋਲਨ ਵਿੱਚ ਵੀ ਕਿਸੇ ਵੀ ਪਾਰਟੀ ਨੂੰ ਅਸੀਂ ਵੋਟ ਨਹੀਂ ਕਰਨੀ, ਸੋਚਾਂਗੇ ਕਿ ਅੱਜ ਵੀ ਕਿਸਾਨ ਨੂੰ ਸੋਚਦਾ ਕਿ ਅੱਜ ਕਿਸਾਨ ਤੁਹਾਨੂੰ ਜੇ ਵੋਟ ਕਰੇ, ਕੀ ਸੋਚ ਕੇ ਵੋਟ ਕਰੇ? ਕਿ ਤੁਸੀਂ ਉੱਥੇ ਬੈਠੇ ਸੀ ਆਪਣੀ ਸਿਆਸੀ ਪਾਰਟੀ ਲਿਆਉਣ ਵਾਸਤੇ ਤਾਂ ਵੋਟ ਕਰੇ, ਕਿ ਤੁਸੀਂ ਸੰਘਰਸ਼ ਕਰਕੇ ਬਿੱਲ ਰੱਦ ਕਰਵਾਏ ਨੇ ਤਾਂ ਵੋਟ ਕਰੇ? ਮੇਰਾ ਖਿਆਲ ਹੈ ਵੋਟਾਂ ਤੋਂ ਕੋਈ ਬੰਦੇ ਵਾਲੇ ਪਾਸੇ ਨਹੀਂ ਜਾਂਦੇ। ਵੋਟ ਫਿਰ ਕਮਾਉਣਾ, ਘਰੇ ਵਿਆਹ ਹੋਵੇ, ਸਾਡੀ ਮਾਤਾ ਵੀ ਬੈਠੀ ਹੋਵੇ, ਗਿੱਧਾ ਪੈਂਦਾ ਹੋਵੇ, ਉਹ ਵੀ ਗਿੱਧੇ 'ਚ ਗੇੜਾ ਦੇ ਦਿੰਦੀ ਹੈ, ਵੀ ਮਤਲਬ ਹੁੰਦਾ ਹੈਗਾ। ਜਦੋਂ ਵੋਟ ਇੱਕ ਚੀਜ਼ ਹੀ ਇਹੋ ਜਿਹੀ, ਕੋਈ ਬੰਦਾ ਪਿੱਛੇ ਰਹਿ ਨਹੀਂ ਸਕਦਾ। ਕੋਈ ਜ਼ਿਆਦਾ ਕੱਟੜ ਬੰਦਾ ਜ਼ਿਆਦਾ ਪਾਸੇ ਹੋ ਜੇ ਉਹਨੂੰ ਹੋ ਜਾਂਦਾ, ਠੀਕ ਹੈ ਨਾ ਗੱਲ। ਅਸੀਂ ਸਰਕਾਰ ਸਾਡੀ ਪੱਕਾ 100% ਬਣਦੀ ਜੇ ਸਾਡੀਆਂ 32 ਦੀਆਂ 32 ਜਥੇਬੰਦੀਆਂ ਅਸੀਂ ਮੈਦਾਨ 'ਚ ਆ ਜਾਂਦੀਆਂ। ਮੇਰੀ ਗੱਲ ਸੁਣ, ਮੈਂ ਕਹਿਣਾ ਸਾਡੇ ਮਗਰ ਕੌਣ ਹੈ? ਜੇ ਪਹਿਲਾਂ ਕੋਈ ਤਬਦੀਲੀਆਂ ਆਈਆਂ, ਜੱਕ ਦੇ ਇਨਕਲਾਬ ਆਏ ਨੇ, ਕੁਛ ਵੀ ਆਇਆ, ਤਾਂ ਉਹ ਇਨਕਲਾਬ ਮਗਰ ਕੁਛ ਜਿਹੜਾ ਜੇ ਕਹਿ ਦਈਏ ਪੈਸੇ ਵਾਲੇ ਬੰਦੇ ਦਾ ਹੱਥ ਹੁੰਦਾ। ਰਾਜੇ ਤਾਂ ਵਪਾਰ ਕਰਨ ਨਹੀਂ ਦਿੰਦੇ ਸੀ, ਜਗੀਰਦਾਰ ਤਾਂ ਖੇਤੀ ਨੂੰ ਵਧਣ ਨਹੀਂ ਦਿੰਦੇ ਸੀਗੇ। ਜੇ ਜਗੀਰਦਾਰੀ ਖਤਮ ਹੋਈ ਆ, ਰਾਜੇ ਖਤਮ ਹੋਏ ਨੇ, ਤਾਂ ਮਗਰ ਪੂੰਜੀਵਾਦ ਦਾ ਹੱਥ ਸੀਗਾ। ਉਹ ਕਹਿੰਦੇ ਵੀ ਸਾਡਾ ਵਪਾਰ ਨਹੀਂ ਚੱਲਦਾ, ਉਹ ਨਿਬੜ ਗਿਆ ਕੰਮ। ਹੁਣ ਸਮਾਜਵਾਦ ਦੀ ਤੇ ਪੂੰਜੀਵਾਦ ਦੀ ਸਿੱਧੀ ਟੱਕਰ ਹੈ। ਸਾਡੇ ਮਗਰ ਹੁਣ ਪੂੰਜੀਵਾਦ ਸਾਡੀ ਮਦਦ ਨਹੀਂ ਕਰਦਾ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਤੁਹਾਨੂੰ। ਖਾੜਕੂ ਲਹਿਰ ਚੱਲੀ ਪੰਜਾਬ ਦੇ ਵਿੱਚ, 3 ਵਾਰ ਖਾੜਕੂ ਦੀ ਸਰਕਾਰ ਬਣਦੀ ਸੀ, ਪਰ ਪੂੰਜੀਵਾਦ ਨੇ ਬਣਨ ਨਹੀਂ ਦਿੱਤੀ। ਕਿਹੜੇ ਖਾੜਕੂ ਦੀ ਸਰਕਾਰ ਬਣ ਗਈ? ਜਿਹੜੀ ਖਾੜਕੂ ਲਹਿਰ ਚੱਲੀ ਆਪਣੀ ਇੱਥੇ, 3 ਵਾਰ ਸਰਕਾਰ ਪੰਜਾਬ 'ਚ ਬਣਦੀ ਦੀ। ਪਹਿਲੀ ਵਾਰ ਜਦੋਂ ਸਰਜੀਤ ਬਰਨਾਲਾ ਖੜਾ ਹੋਇਆ, ਉਦੋਂ ਬਾਬੇ ਜੋਗਿੰਦਰ ਨੇ ਬੰਦੇ ਖੜੇ ਕਰਤੇ ਹੈ, ਬਹੁਮਦਾ ਨਹੀਂ ਸੀਗਾ। ਹੁਣ ਮੈਂ ਕੀ ਕਹਾਂ, ਕਿਹਦਾ ਬੇੜਾ ਬੈਠਾ ਉਦੋਂ, ਚੱਲ ਛੱਡ ਦੇ ਗੱਲ, ਮੈਂ ਬਾਹਲੀ ਨਾ ਕਹਾਂ। ਉਹਨਾਂ ਨੂੰ ਬਹਾਇਆ ਗਿਆ ਨਹੀਂ, ਇੱਕ ਮੁੰਡਾ ਦਾ ਨੁਕਸਾਨ, ਸਰਕਾਰ ਵਗ ਜਾਂਦੇ ਕਿ ਉਹ ਮਤਲਬ ਵਿਧਾਨ ਸਭਾ 'ਚ ਵਗ ਜਾਂਦੇ। ਦੂਜੀ ਵਾਰ ਫਿਰ ਤਿਆਰੀ ਕਰੀ ਖਾੜਕੂਆਂ ਨੇ, ਫਿਰ ਸਰਕਾਰ ਨੇ ਵੋਟਾਂ ਪਿੱਛੇ ਪਾਤੀਆਂ। ਤੀਜੀ ਵਾਰ ਖਾੜਕੂਆਂ ਤੋਂ ਵੀ ਬਾਈਕਾਟ ਕਰਾਤਾ ਕੰਪਨੀਆਂ ਨੇ 92 'ਚ। ਹਾਂ, ਜਦੋਂ ਮਤਲਬ 1992 ਦੀ ਗੱਲ ਕਰਦੇ, ਤੁਸੀਂ ਤਾਂ ਦੇਖ ਛੋਟੇ ਹੋਵੋਗੇ ਉਦੋਂ ਉਮਰ ਦੇ, ਮੈਂ ਤਾਂ ਸਾਰਾ ਹੱਡੀ ਨਿਭਾਈਆਂ ਨੇ ਗੀਆਂ। ਤਾਂ 3 ਵਾਰ ਰੋਕਤੀ ਸਰਕਾਰ ਬਣਦੀ। ਉਹ ਸਾਰਾ ਕੰਮ ਪੂੰਜੀਵਾਦ ਦਾ, ਸਾਮਰਾਜਵਾਦ ਦਾ। ਸਾਡੀ ਸਰਕਾਰ ਵੀ ਜੇ ਬੱਤੀਆਂ ਦੀ ਬਣਦੀ ਤੇ ਇਹਨੂੰ ਰੋਕਣ 'ਚ ਪੂੰਜੀਵਾਦ ਦਾ ਹੱਥ ਹੈ, ਸਾਮਰਾਜਵਾਦ ਦਾ ਹੱਥ ਹੈ।
ਫਿਰ 10 ਜਥੇਬੰਦੀ ਨੂੰ ਬਾਅਦ ਕਿੰਨੇ ਕੀਤਾ? ਪੂੰਜੀਵਾਦ ਨੇ? ਮੈਂ ਕਿਸੇ ਨੂੰ ਕਹਿੰਦਾ ਫਿਰ ਤੁਸੀਂ ਇਹੀ ਗੱਲ ਹੋ ਗਈ ਨਹੀਂ ਪੂੰਜੀਵਾਦ ਨੇ ਬਾਅਦ ਕੀਤਾ। ਮੇਰੀ ਗੱਲ ਸੁਣ, ਕਿਸੇ ਸਾਡੀ ਸਰਕਾਰ ਰੋਕਣ 'ਚ ਪੂੰਜੀਵਾਦ ਦਾ ਹੱਥ ਹੈ, ਵੀ ਕਿਤੇ ਲੜਨ ਵਾਲੇ ਲੋਕਾਂ ਦੀ ਸਰਕਾਰ ਨਾ ਪੰਜਾਬ 'ਚ ਆ ਜੇ, ਉਹਦਾ ਹੱਥ। ਨਹੀਂ 10 ਜਥੇਬੰਦੀ ਤੁਹਾਡੇ ਨਾਲ ਗਈਆਂ, ਤੁਸੀਂ ਪੂੰਜੀਵਾਦ ਕਹਿ ਦਿਓ। ਨਹੀਂ ਉਹ ਉਹਨਾਂ ਦੀ ਸੋਚ ਆ। ਮੇਰਾ ਕਹਿਣ ਦਾ ਮਤਲਬ ਸਾਡੀ ਸਰਕਾਰ ਰੋਕਣ 'ਚ ਉਹਨਾਂ ਦਾ ਹੱਥ ਹੈ, ਪੂੰਜੀਵਾਦ ਸਾਰਾ ਬਾਤ ਦਾ। ਇਹ ਹੁਣ ਆਖਰੀ ਕਮੈਂਟ ਕਰਨਾ ਕਿ ਜੋ ਤੁਸੀਂ ਪਿਛਲਾ ਦੌਰ ਗਿਣਾ ਰਹੇ ਹੋ 92 ਦਾ ਜਾਂ ਹੋਰ ਵੀ ਪਿੱਛੇ ਗੱਲ ਆ ਰਹੇ ਹੋ ਵੀ ਉਹ ਨਹੀਂ ਸਰਕਾਰਾਂ ਬਣ ਪਾਈਆਂ ਖਾੜਕੂ ਲਹਿਰ ਦੇ ਵਿੱਚ, ਉਹ ਤਰੀਕਾ ਸਹੀ ਸੀ ਬਿਲਕੁਲ? ਅੱਜ ਤੋਂ 30-35 ਸਾਲ ਦੀ ਪਹਿਲਾਂ ਫਿਰਕਾ ਪ੍ਰਸਤੀ ਤਰੀਕੇ ਨਾਲ ਮੈਂ ਕਦੇ ਕੁਝ ਠੀਕ ਨਹੀਂ ਸਮਝੂਗਾ। ਇੱਕ ਫਿਰਕੇ ਦੇ ਲੋਕਾਂ ਦੇ ਖਿਲਾਫ ਕੋਈ ਸੀ ਇੱਥੇ ਹਟਾਉਣੇ ਮੈਂ ਠੀਕ ਨਹੀਂ ਸਮਝੂਗਾ। ਉਹ ਗੱਲ ਠੀਕ ਨਹੀਂ ਸੀ। ਨਹੀਂ, ਮੈਂ ਫਿਰਕਾ ਪ੍ਰਸਤੀ ਨੂੰ ਠੀਕ ਨਹੀਂ ਸਮਝੂਗਾ। ਮੈਂ ਮੇਰਾ ਗੱਲ ਕੋਈ ਵੀ ਹੈ, ਉਹ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਕੋਈ ਵੀ ਹੋਵੇ। ਨਹੀਂ ਮੇਰਾ ਕਿਸੇ ਮੈਂ ਨਾਂ ਨਹੀਂ ਲੈਣਾ, ਮੇਰੀ ਗੱਲ ਕਰਨੀ। ਮੇਰਾ ਕਹਿਣ ਦਾ ਮਤਲਬ ਸਾਨੂੰ ਮਤਲਬ ਜਮਾਤੀ ਲੜਾਈ ਲੜਨੀ ਚਾਹੀਦੀ ਹੈ। ਸਾਨੂੰ ਦੂਜੀ ਜਾਤੀਵਾਦ ਫਿਰਕਾ ਧਰਮ ਦੀ ਲੜਾਈ ਨਹੀਂ ਲੜਨੀ ਚਾਹੀਦੀ। ਦੋ ਜਮਾਤਾਂ ਦੇ ਵਿੱਚ ਸਾਨੂੰ ਲੜਾਈ ਤਿੱਖੀ ਕਰਨੀ ਹੈ। ਇੱਕ ਜਮਾਤ ਲੁੱਟਦੀ ਹੈ, ਇੱਕ ਜਮਾਤ ਲੁੱਟੀ ਜਾਂਦੀ ਹੈ। ਮੈਂ ਉਹਦਾ ਨਹੀਂ ਹੈਮੀ ਹੈਗਾ। ਮੈਂ ਸਮਾਜਵਾਦ ਵਿਚਾਰਾਂ ਦਾ ਹੈਮੀ ਹਾਂ, ਜਮਾਤੀ ਲੜਾਈ ਦਾ ਮੈਂ ਹਮਾਇਤੀ ਹਾਂ। ਠੀਕ ਹੈ ਨਾ ਗੱਲ? ਇਹ ਗੱਲ ਹੈ। ਕੋਈ ਲੜਾਈ ਲੜਦਾ ਉਹ ਤਾਂ ਅਗਲੇ ਦਾ ਨਿੱਜੀ ਵਿਚਾਰ ਹੈ। ਕੋਈ ਕਹੀ ਜੀ ਲੜਦਾ ਹੈਗਾ, ਉਹ ਅਗਲੇ ਦਾ ਮੌਲਿਕ ਅਧਿਕਾਰ ਹੈ ਕਹੀ ਜੀ ਲੜਾਈ ਲੜਨੀ ਹੈ। ਪਰ ਮੈਂ ਰੁੱਧੂ ਸਿੰਘ ਨਹੀਂ ਅਸੀਂ ਇਹ ਲੜਾਈ ਦੇ ਸਹਿਮਤ। ਰੁੱਧੂ ਸਿੰਘ ਦੋ ਜਮਾਤਾਂ ਦੇ ਵਿੱਚ ਚਾਹੇ ਕਿਹੜੀ ਮਰਜ਼ੀ ਲੜਾਈ ਚੱਲ ਜੇ, ਜਿਹੜੇ ਵੀ ਚੱਲ ਜੇ, ਮੈਂ ਉਹਦਾ ਹਮਾਇਤੀ ਹਾਂ। ਤੇ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਦੁਲਦੁਲ ਸਿੰਘ ਮਾਨਸਾ, ਆਪ ਨਹੀਂ ਚੋਣਾਂ ਲੜਦੇ, ਜਨਰਲ ਸੈਕਟਰੀ ਜੋ ਇਹਨਾਂ ਦੇ ਨੇ ਉਹ ਚੋਣਾਂ ਲੜਦੇ ਨੇ, SSM ਵੱਲੋਂ ਹੀ ਚੋਣਾਂ ਲੜਦੇ ਨੇ, ਅੱਜ ਸਪਸ਼ਟ ਕਰ ਦਿੱਤਾ ਇਹਨਾਂ ਨੇ। ਤਾਂ ਦੂਸਰੇ ਪਾਸੇ ਵੀ ਚਰਚਾ ਚੱਲੀ ਸੀ ਕਿ ਵਾਕਈ ਜੋ ਪੰਜਾਬ ਦੇ ਕਿਸਾਨ ਨੇ ਇੱਕ ਪਾਰਟੀ ਨਿਕਲ ਕੇ ਆਉਂਦੀ ਹੈ ਉਸ ਪਾਸੇ ਵੋਟਾਂ ਪੈ ਜਾਣਗੀਆਂ। ਇਹ ਸਭ ਤੋਂ ਅਹਿਮ ਸਵਾਲ ਹੈ। ਇਸ ਦਾ ਜਵਾਬ ਜਿਹੜਾ ਉਹ 10 ਮਾਰਚ ਨੂੰ ਮਿਲੇਗਾ। ਤਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਪੰਜਾਬ ਨਿਊਜ਼ ਦੇ ਨਾਲ, ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੇ ਬਾਕੀ ਹਲਕਿਆਂ ਦੇ ਵਿੱਚ ਉਮੀਦਵਾਰ ਕੀ ਕਹਿੰਦੇ ਨੇ, ਬਾਕੀ ਹਲਕਿਆਂ ਦੇ ਵਿੱਚ ਲੋਕ ਕੀ ਕਹਿੰਦੇ ਨੇ, ਤੁਹਾਨੂੰ ਅਸੀਂ ਉਸ ਬਾਰੇ ਵੀ ਦੱਸਦੇ ਰਹਾਂਗੇ।